मैं पढ़ना पातशाह जी। परमेश्वर उत्ते भरोसा है। मेरी जान चुपचाप परमेश्वर की उड़ीक करती है। उस तो ही मेरी मुक्ति है। वो मेरी चट्टान ते मुक्ति है। वो मेरा उच्चा गढ़ है, इसलिए मैं नहीं हिलांगा। हे वैरियो, तुसी मनुख ते हल्ले करते रहोगे? तुसी क्यों सब उसकी जान लैण दे पिछे पए हो? वो तो हिलदी कंध अते ढह चुकी वाड़ की तरह है। तुसी केवल उसनू उसकी माण वाली उच्ची थां तो हेठ लाउण दे चाहवान हो। तुसी झूठ तो खुश हुंदे हो। तुसी अपने मूँह नाल तां असीस दिंदे हो, पर अपने मन नाल सराप। मेरी जान का आसरा केवल परमेश्वर ही है। ਉਹੀ मेरी उम्मीद का सोमा है। ਉਹੀ केवल मेरी चट्टान अते मुक्ति है। वो मेरा उच्चा गढ़ है, इसलिए मैं नहीं डोलांगा। मेरा बचाव अते महिमा परमेश्वर तो ही है। ਉਹੀ मेरी बली चट्टान अते सहारा है। हे लोको, हर समय परमेश्वर ते भरोसा रखो। उस दे सामने अपने दिल खोलो, क्योंकि ਉਹੀ केवल साडा सहारा है। मनुख केवल एक साह ਦੇ ਬਰਾਬਰ ਹਨ ਅਤੇ ਉਹ ਨਾ ਹੋਇਆਂ ਬਰਾਬਰ ਹਨ। ਤੱਕੜੀ ਵਿੱਚ ਤੋਲਿਆ ਉਹਨਾਂ ਦਾ ਭਾਰ ਇੱਕ ਸਾਹ ਤੋਂ ਵੀ ਹੌਲਾ ਹੈ। ਅਤਿਆਚਾਰ ਤੇ ਭਰੋਸਾ ਨਾ ਕਰੋ ਅਤੇ ਲੁੱਟ ਮਾਰ ਤੇ ਵਿਅਰਥ ਆਸਾਂ ਨਾ ਰੱਖੋ। ਜੇਕਰ ਧਨ ਮਾਲ ਵੱਧ ਜਾਵੇ ਤਾਂ ਉਸ ਤੇ ਮਨ ਨਾ ਲਾਵੋ। ਪਰਮੇਸ਼ਵਰ ਨੇ ਕਿਹਾ ਅਤੇ ਮੈਂ ਕਈ ਵਾਰ ਇਹ ਸੁਣਿਆ, ਸ਼ਕਤੀ ਪਰਮੇਸ਼ਵਰ ਦੀ ਹੀ ਹੈ। ਇਹ ਪ੍ਰਭੂ, ਦਇਆ ਵੀ ਤੇਰੀ ਹੀ ਹੈ। ਤੂੰ ਹਰ ਮਨੁੱਖ ਨੂੰ ਉਸਦੇ ਕੀਤੇ ਦਾ ਬਦਲਾ ਦਿੰਦਾ ਹੈ। ਆਮੀਨ। प्रभु का शुक्र है इस जबूर दे लई। और ये प्रभु दे बंदे ने उस वेले इस जबूर दी नूं मंदिर दे विच गाया जिस वेले उसनूं पहला खबर मिली कि उसके सारे पुत्र मार दिते गए। लेकिन बाद दे विच पता चलिया कि नहीं, सिर्फ अमनोन जिसने भद्दा और गंदा काम कीता सी, सिर्फ उसनूं मारिया गया और ਉਹਦੇ ਕਾਰਨ ਉਸਦੇ ਦੂਸਰੇ ਪੁੱਤਰ ਨੂੰ ਦੌੜਨਾ ਪਿਆ। ਉਸਦੇ ਦੂਸਰੇ ਪੁੱਤਰ ਨੂੰ ਦਾਊਦ ਨੇ ਇੱਕ ਦਿਨ ਦੇ ਵਿੱਚ 2 ਪੁੱਤ ਗਵਾ ਲਏ। ਅਬਸ਼ਲੋਮ ਨੂੰ ਬਹੁਤ ਪਿਆਰ ਕਰਦਾ ਸੀ। ਅਬਸ਼ਲੋਮ ਸੋਹਣਾ ਬਹੁਤ ਸੀ। ਅਬਸ਼ਲੋਮ ਦੀਆਂ ਦੇ ਜਿਹੜੇ ਬਾਲ ਸੀਗੇ ਉਹ ਬਹੁਤ ਸੁੰਦਰ ਸੀ, ਲੰਮੇ ਸੁੰਦਰ ਬਾਲ ਸੀ। ਤੇ ਸਾਲ ਬਾਅਦ ਉਸਦੇ ਬਾਲ ਜਿਹੜੀਆਂ ਸੀਗੀਆਂ ਉਸਦੇ ਬਾਲਾਂ ਚੋਂ ਲਟਾਂ ਕੱਟੀਆਂ ਜਾਂਦੀਆਂ ਸੀ ਔਰ ਉਹ ਕੁੜੀਆਂ ਲੈ ਕੇ ਜਾਂਦੀਆਂ ਸੀ ਉਸਦੇ ਬਾਲਾਂ ਨੂੰ। he was a good man। ਉਸ ਤੋਂ ਪਹਿਲਾਂ, ਜਿਸ ਤੋਂ ਪਹਿਲਾਂ ਕਿ ਉਸਨੇ ਉਸਦੀ ਭੈਣ ਦੇ ਨਾਲ ਇਹ ਗੰਦਗੀ ਕੀਤੀ। ਭੈਣ ਨੂੰ ਬਹੁਤ ਪਿਆਰ ਕਰਦਾ ਸੀ, ਬਹੁਤ ਪਿਆਰ ਕਰਦਾ ਸੀ। ਛੋਟੀ ਭੈਣ ਸੀ, ਬਹੁਤ ਪਿਆਰ ਕਰਦਾ ਸੀ। ਔਰ ਜਿਸ ਵੇਲੇ ਅਸੀਂ ਹੁਣ ਪ੍ਰਭੂ ਦੇ ਬਚਨ ਦੇ ਵਿੱਚ ਜਾਵਾਂਗੇ ਤਾਂ ਦਾਊਦ ਨੂੰ ਹੁਣ ਆਪਣੇ ਦੂਸਰੇ ਪੁੱਤਰ ਦੀ ਇੱਥੇ ਯਾਦ ਆਉਂਦੀ ਪਈ ਹੈ ਤੇ ਉਹ ਚਾਹੁੰਦਾ, ਉਸਨੂੰ ਮਿਲਣਾ ਚਾਹੁੰਦਾ। 3 ਸਾਲ ਗੁਜ਼ਰ ਗਏ ਔਰ 3 ਸਾਲ ਗੁਜ਼ਰਨ ਤੋਂ ਬਾਅਦ ਸਭ ਕੁਝ ਥੋੜਾ ਬਹੁਤਾ ਉਦਾਂ ਵੀ ਠੰਡਾ ਪੈ ਗਿਆ। ਸੋ ਹੁਣ ਯੋਆਬ ਨੂੰ ਪਤਾ ਹੈ ਕਿ ਦਾਊਦ ਆਪਣੇ ਬੇਟੇ ਨੂੰ ਮਿਸ ਕਰਦਾ। ਸੋ ਉਸਨੇ ਯੋਆਬ ਨੇ ਹੁਣ ਇਸ ਚੀਜ਼ ਦਾ ਪ੍ਰਬੰਧ ਕਰਨਾ। 14ਵਾਂ ਚੈਪਟਰ ਬੇਸਿਕਲੀ ਅਸੀਂ ਇਸ ਦੇ ਵਿੱਚ ਦੀ ਗੁਜ਼ਰਾਂਗੇ। ਦੇਅਰਸ ਨਥਿੰਗ ਮਚ ਇਨ ਦੇਅਰ। ਲੇਕਿਨ ਜਿਸ ਵੇਲੇ ਅਸੀਂ 15ਵੇਂ ਚੈਪਟਰ ਦੇ ਵਿੱਚ ਪਹੁੰਚਾਂਗੇ ਤਾਂ ਫਿਰ ਉੱਥੇ ਵਚਨ ਦੀ ਬੁਸ਼ਾਰ, ਸੱਚਮੁੱਚ ਵਚਨ ਦੀ ਉਹ ਬਿਸ਼ਾਰ ਹੈ ਜਿਹੜਾ ਮੀਂਹ ਪੈਂਦਾ ਹੁੰਦਾ ਔਰ ਬੂੰਦਾਂ ਤੁਹਾਡੇ ਅੰਦਰ ਜਾ ਰਹੀਆਂ ਹੁੰਦੀਆਂ। ਬਹੁਤ ਪਿਆਰਾ ਹਿੱਸਾ ਹੈ, ਬਹੁਤ ਹੀ ਪਿਆਰਾ ਹਿੱਸਾ। ਸੋ ਆਓ ਆਪਾਂ 14ਵਾਂ ਚੈਪਟਰ ਪੜ੍ਹੀਏ। ਸੋ ਥੋੜਾ ਜਿਹਾ ਇਸ ਦੇ ਨਾਲ ਸਾਡਾ 20 ਬਣ ਜਾਊਗਾ। ਜਿਸ ਨੂੰ ਸਫਾ ਹੈਗਾ 465 ਦੂਜਾ ਸੈਮੂਅਲ ਪੜ੍ਹਦੇ ਹਾਂ ਜੀ। ਹਾਂਜੀ ਹਾਂਜੀ। ਪਹਿਲਾਂ ਤਾਂ ਸਾਰਿਆਂ ਨੂੰ ਜੈ ਮਸੀਹ ਦੀ। ਯੋਆਬ ਦਾ ਅਬਸ਼ਲੋਮ ਦੀ ਵਾਪਸੀ ਲਈ ਪ੍ਰਬੰਧ ਕਰਨਾ। ਸਰੂਯਾ ਦਾ ਪੁੱਤਰ ਯੋਆਬ ਜਾਣ ਗਿਆ ਸੀ ਕਿ ਰਾਜਾ ਦਾਊਦ ਅਬਸ਼ਲੋਮ ਨੂੰ ਬਹੁਤ ਯਾਦ ਕਰਦਾ ਹੈ। ਤਦ ਯੋਆਬ ਨੇ ਤਕੋਆ ਨਗਰ ਤੋਂ ਇੱਕ ਬਹੁਤ ਚਲਾਕ ਔਰਤ ਸੱਦੀ ਅਤੇ ਉਸਨੇ ਉਸ ਔਰਤ ਨੂੰ ਕਿਹਾ, ਤੂੰ ਇਸ ਤਰ੍ਹਾਂ ਦਾ ਮੂੰਹ ਮੱਥਾ ਬਣਾ ਲੈ ਜਿਸ ਤਰ੍ਹਾਂ ਤੂੰ ਬਹੁਤ ਦਿਨਾਂ ਤੋਂ ਸੋਗ ਕਰ ਰਹੀ ਹੋਵੇਂ। ਤੂੰ ਸੋਗ ਕਰਨ ਵਾਲੇ ਕੱਪੜੇ ਪਾ ਅਤੇ ਆਪਣੇ ਸਿਰ ਦੇ ਵਾਲ ਵੀ ਖਿਲਾਰ ਲੈ ਜਿਸ ਤਰ੍ਹਾਂ ਬਹੁਤ ਦਿਨਾਂ ਤੋਂ ਵਾਹੇ ਨਾ ਗਏ ਹੋਣ। ਸੋ ਤੂੰ ਇਸ ਤਰ੍ਹਾਂ ਦਾ ਸਾਂਗ ਰਚਾ ਕੇ ਰਾਜਾ ਕੋਲ ਜਾ ਅਤੇ ਮੇਰੇ ਦੱਸੇ ਅਨੁਸਾਰ ਉਸ ਨੂੰ ਕਹਿ। ਫਿਰ ਯੋਆਬ ਨੇ ਉਸ ਔਰਤ ਨੂੰ ਸਭ ਕੁਝ ਸਮਝਾਇਆ ਜੋ ਉਹ ਰਾਜੇ ਨੂੰ ਕਹਿਣਾ ਚਾਹੁੰਦਾ ਸੀ।
ਤਦ ਉਹ ਤਕੋਆ ਨਿਵਾਸੀ ਔਰਤ ਰਾਜਾ ਕੋਲ ਗਈ ਅਤੇ ਉਸ ਦੇ ਚਰਨੀ ਡਿੱਗ ਕੇ ਬੋਲੀ, ਮਹਾਰਾਜ ਮੇਰੀ ਮਦਦ ਕਰੋ। ਦਾਊਦ ਰਾਜਾ ਨੇ ਉਸ ਔਰਤ ਤੋਂ ਪੁੱਛਿਆ, ਤੂੰ ਕੀ ਚਾਹੁੰਦੀ ਹੈ? ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ ਮੈਂ ਇੱਕ ਵਿਧਵਾ ਹਾਂ ਅਤੇ ਮੇਰਾ ਪਤੀ ਮਰ ਚੁੱਕਾ ਹੈ, ਪਰ ਮੇਰੇ 2 ਪੁੱਤਰ ਹਨ। ਇੱਕ ਦਿਨ ਉਹ ਦੋਵੇਂ ਖੇਤ ਵਿੱਚ ਲੜ ਪਏ ਅਤੇ ਉੱਥੇ ਉਹਨਾਂ ਨੂੰ ਲੜਾਈ ਤੋਂ ਮਨਾ ਕਰਨ ਵਾਲਾ ਕੋਈ ਨਹੀਂ ਸੀ। ਇਸ ਤਰ੍ਹਾਂ ਮੇਰੇ ਇੱਕ ਪੁੱਤਰ ਨੇ ਦੂਜੇ ਨੂੰ ਕਤਲ ਕਰ ਦਿੱਤਾ। ਹੁਣ ਮਹਾਰਾਜ ਮੇਰੇ ਸਾਕ ਸੰਬੰਧੀ ਮੇਰੇ ਵਿਰੁੱਧ ਹੋ ਗਏ ਹਨ ਅਤੇ ਮੈਨੂੰ ਕਹਿੰਦੇ ਹਨ, ਤੂੰ ਆਪਣੇ ਪੁੱਤਰ ਦੇ ਕਾਤਲ ਨੂੰ ਸਾਨੂੰ ਸੌਂਪ ਦੇ ਕਿ ਅਸੀਂ ਉਸ ਨੂੰ ਮਾਰ ਕੇ ਉਸ ਤੋਂ ਕਤਲ ਦਾ ਬਦਲਾ ਲਈਏ। ਜੇਕਰ ਇਹਨਾਂ ਇਸ ਤਰ੍ਹਾਂ ਕਰ ਦਿੱਤਾ ਤਾਂ ਉਹ ਮੇਰੇ ਘਰ ਦਾ ਅੰਤਮ ਜਗਦਾ ਦੀਵਾ ਵੀ ਬੁਝਾ ਦੇਣਗੇ ਅਤੇ ਉਹ ਮੇਰੇ ਪਤੀ ਦੇ ਨਾਂ ਨੂੰ ਇਸ ਧਰਤੀ ਤੋਂ ਖਤਮ ਕਰ ਦੇਣਗੇ। ਰਾਜਾ ਨੇ ਉਸ ਔਰਤ ਨੂੰ ਉੱਤਰ ਦਿੱਤਾ, ਤੂੰ ਆਪਣੇ ਘਰ ਜਾ, ਮੈਂ ਤੇਰੇ ਇਸ ਮਾਮਲੇ ਸੰਬੰਧੀ ਛੇਤੀ ਹੀ ਫੈਸਲਾ ਦੇਵਾਂਗਾ। ਉਸ ਔਰਤ ਨੇ ਰਾਜਾ ਨੂੰ ਕਿਹਾ, ਮਹਾਰਾਜ ਇਸ ਦਾ ਦੋਸ਼ ਮੇਰੇ ਸਿਰ ਅਤੇ ਮੇਰੇ ਟੱਬਰ ਉੱਤੇ ਹੋਵੇ। ਰਾਜਾ ਦਾ ਟੱਬਰ ਬਿਲਕੁਲ ਨਿਰਦੋਸ਼ ਠਹਿਰੇਗਾ। ਸੋ ਰਾਜਾ ਨੇ ਉਸ ਨੂੰ ਕਿਹਾ, ਜੇਕਰ ਅੱਗੇ ਤੋਂ ਕੋਈ ਮਨੁੱਖ ਨੂੰ ਕੁਝ ਕਹੇ ਤਾਂ ਉਸ ਨੂੰ ਮੇਰੇ ਕੋਲ ਲੈ ਆ, ਤਾਂ ਉਹ ਫਿਰ ਕਦੀ ਤੈਨੂੰ ਤੰਗ ਨਹੀਂ ਕਰੂਗਾ। ਤਦ ਉਸ ਔਰਤ ਨੇ ਰਾਜਾ ਅੱਗੇ ਬੇਨਤੀ ਕੀਤੀ, ਮਹਾਰਾਜ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਉਹ ਇਸ ਅਣਹੋਣੀ ਨੂੰ ਹੋਣ ਤੋਂ ਰੋਕੇ ਕਿ ਮੇਰੇ ਸਾਕ ਸੰਬੰਧੀ ਮੇਰੇ ਪੁੱਤਰ ਦੀ ਮੌਤ ਦਾ ਬਦਲਾ ਲੈ ਕੇ ਪਹਿਲੇ ਤੋਂ ਵੱਡਾ ਪਾਪ ਨਾ ਕਰਨ। ਰਾਜਾ ਦਾਊਦ ਨੇ ਕਿਹਾ, ਜਿਉਂਦੇ ਪ੍ਰਭੂ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ ਤੱਕ ਵੀ ਵਿੰਗਾ ਨਹੀਂ ਹੋਵੇਗਾ। ਤਦ ਉਸ ਔਰਤ ਨੇ ਕਿਹਾ, ਮਹਾਰਾਜ ਮੈਨੂੰ ਮਾਫ ਕਰੋ, ਮੈਂ ਇੱਕ ਬੇਨਤੀ ਆਪਣੇ ਸਵਾਮੀ ਸਾਹਮਣੇ ਰੱਖਣਾ ਚਾਹੁੰਦੀ ਹਾਂ। ਰਾਜਾ ਨੇ ਕਿਹਾ, ਤੂੰ ਰੱਖ ਸਕਦੀ ਹੈ। ਉਸ ਔਰਤ ਨੇ ਕਿਹਾ, ਮਹਾਰਾਜ ਤੁਸੀਂ ਆਪ ਹੀ ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਇਹ ਪਾਪ ਕਿਉਂ ਕੀਤਾ ਹੈ? ਤੁਸੀਂ ਆਪਣੇ ਪੁੱਤਰ ਨੂੰ ਪ੍ਰਵਾਸ ਤੋਂ ਵਾਪਸ ਨਹੀਂ ਲਿਆਉਣ ਦਿੱਤਾ। ਤੁਸੀਂ ਆਪਣੇ ਹੀ ਕੀਤੇ ਫੈਸਲੇ ਦੁਆਰਾ ਇਸ ਸਮੇਂ ਆਪ ਹੀ ਦੋਸ਼ੀ ਠਹਿਰੇ ਹੋ। ਅਸੀਂ ਸਭ ਨੇ ਇੱਕ ਦਿਨ ਮਰਨਾ ਹੈ। ਅਸੀਂ ਆਖਰ ਜ਼ਮੀਨ ਉੱਤੇ ਪਾਏ ਪਾਣੀ ਦੇ ਬੁਲਬੁਲਿਆਂ ਦੇ ਵਾਂਗ ਹੀ ਤਾਂ ਜੋ ਕੁਝ ਹੀ ਚਿਰ ਤੋਂ ਮਹਿਮਾਨ ਹੁੰਦੇ ਹਨ। ਹਾਂ, ਪਰਮੇਸ਼ਰ ਕਿਸੇ ਦੀ ਆਪ ਜਾਨ ਨਹੀਂ ਲੈਂਦਾ, ਪਰ ਉਸ ਦੇ ਲਈ ਕੋਈ ਬਹਾਨਾ ਕਰਦਾ ਹੈ। ਫਿਰ ਕੀ ਰਾਜਾ ਕੋਈ ਢੰਗ ਨਹੀਂ ਸੋਚ ਸਕਦਾ ਜਿਸ ਦੁਆਰਾ ਪ੍ਰਵਾਸ ਵਿੱਚ ਗਿਆ ਇੱਕ ਆਦਮੀ ਵਾਪਸ ਘਰ ਆ ਸਕੇ? ਮਹਾਰਾਜ ਮੇਰਾ ਤੁਹਾਡੇ ਕੋਲ ਆਉਣ ਦਾ ਇਹ ਕਾਰਨ ਹੈ ਕਿ ਲੋਕ ਮੈਨੂੰ ਡਰਾ ਰਹੇ ਸਨ ਅਤੇ ਅੰਤ ਮੈਂ ਸੋਚਿਆ ਮੈਂ ਆਪ ਜਾ ਕੇ ਤੁਹਾਡੇ ਅੱਗੇ ਬੇਨਤੀ ਕਰਾਂਗੀ ਅਤੇ ਤੁਸੀਂ ਮੇਰੀ ਸੁਣੋਗੇ। ਮੇਰਾ ਵਿਸ਼ਵਾਸ ਸੀ ਕਿ ਮਹਾਰਾਜ ਤੁਸੀਂ ਮੇਰੇ ਪੁੱਤਰ ਦਾ ਅਤੇ ਮੇਰਾ ਉਹਨਾਂ ਲੋਕਾਂ ਤੋਂ ਬਚਾਅ ਕਰੋਗੇ ਜੋ ਸਾਨੂੰ ਮਾਰ ਕੇ ਸਾਡਾ ਨਾਂ ਪਤਾ ਪਰਮੇਸ਼ਰ ਤੋਂ ਆਪਣੇ ਲੋਕਾਂ ਨੂੰ ਮਿਲੀ ਇਸ ਧਰਤੀ ਤੋਂ ਖਤਮ ਕਰਨਾ ਚਾਹੁੰਦੇ ਹਨ। ਮੈਂ ਸੋਚਿਆ ਸੀ ਕਿ ਮਹਾਰਾਜ ਦਾ ਵਚਨ ਮੈਨੂੰ ਸ਼ਾਂਤੀ ਦੇਵੇਗਾ, ਕਿਉਂਕਿ ਤੁਸੀਂ ਸਵਰਗ ਦੂਤ ਦੇ ਵਰਗੇ ਹੋ ਅਤੇ ਬੁਰੇ ਭਲੇ ਵਿੱਚ ਫਰਕ ਕਰ ਸਕਦੇ ਹੋ। ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਅਸੀਸ ਦੇਵੇ। ਤਦ ਰਾਜਾ ਦਾਊਦ ਨੇ ਉਸ ਔਰਤ ਨੂੰ ਕਿਹਾ, ਮੈਂ ਤੇਰੇ ਤੋਂ ਇੱਕ ਪ੍ਰਸ਼ਨ ਪੁੱਛ ਰਿਹਾ ਹਾਂ ਅਤੇ ਤੂੰ ਮੈਨੂੰ ਉਸ ਦਾ ਠੀਕ ਠੀਕ ਉੱਤਰ। ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ ਪੁੱਛੋ। ਰਾਜਾ ਨੇ ਪੁੱਛਿਆ ਕਿ ਇਸ ਦੇ ਪਿੱਛੇ ਅਰਥਾਤ ਮੇਰੇ ਕੋਲ ਆਉਣ ਦੇ ਪਿੱਛੇ ਜਵਾਬ ਦਾ ਹੱਥ ਹੈ? ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ ਮੈਂ ਤੁਹਾਡੇ ਪ੍ਰਸ਼ਨ ਦੇ ਉੱਤਰ ਤੋਂ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਸਭ ਕੁਝ ਜਾਣਦੇ ਹੋ। ਹਾਂ, ਸੱਚਮੁੱਚ ਇਹ ਤੁਹਾਡੀ ਅਧਿਕਾਰੀ ਜਵਾਬ ਹੀ ਸੀ ਜਿਸ ਨੇ ਇਹ ਸਭ ਸ਼ਬਦ ਮੇਰੇ ਮੂੰਹ ਵਿੱਚ ਪਾਏ ਅਤੇ ਮੈਨੂੰ ਤੁਹਾਡੇ ਕੋਲ ਘੱਲਿਆ। ਪਰ ਤੁਹਾਡੇ ਅਧਿਕਾਰੀ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਇਸ ਸਾਰੇ ਮਾਮਲੇ ਨੂੰ ਠੀਕ ਕਰਨਾ ਚਾਹੁੰਦਾ ਹੈ। ਪਰ ਮਹਾਰਾਜ ਤੁਸੀਂ ਤਾਂ ਆਪ ਪਰਮੇਸ਼ਰ ਦੇ ਸਵਰਗਦੂਤ ਦੀ ਤਰ੍ਹਾਂ ਸਭ ਚੀਜ਼ਾਂ ਦਾ ਗਿਆਨ ਰੱਖਦੇ ਹੋ। ਸੋ ਰਾਜਾ ਨੇ ਜਵਾਬ ਨੂੰ ਕਿਹਾ, ਮੈਂ ਤੇਰਾ ਕਿਹਾ ਮੰਨ ਲਿਆ ਹੈ ਅਤੇ ਹੁਣ ਤੂੰ ਜਾ ਕੇ ਨੌਜਵਾਨ ਅਬਸ਼ਲੋਮ ਨੂੰ ਇੱਥੇ ਲੈ ਆ। ਤਦ ਜਵਾਬ ਨੇ ਧਰਤੀ ਉੱਤੇ ਨਿਉ ਕੇ ਰਾਜਾ ਨੂੰ ਪ੍ਰਣਾਮ ਕੀਤਾ ਅਤੇ ਕਿਹਾ, ਸੱਚਮੁੱਚ ਅੱਜ ਮੈਂ ਜਾਣ ਗਿਆ ਹਾਂ ਕਿ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਆਪਣੇ ਦਾਸ ਉੱਤੇ ਹੈ, ਕਿਉਂਕਿ ਤੁਸੀਂ ਮੇਰੀ ਬੇਨਤੀ ਮੰਨ ਲਈ ਹੈ। ਸੋ ਜਵਾਬ ਉੱਠ ਕੇ ਗਸ਼ੂਰ ਨੂੰ ਗਿਆ ਅਤੇ ਉੱਥੇ ਅਬਸ਼ਲੋਮ ਨੂੰ ਲੈ ਕੇ ਵਾਪਸ ਯਰੂਸ਼ਲਮ ਵਿੱਚ ਆ ਗਿਆ। ਪਰ ਰਾਜਾ ਨੇ ਆਗਿਆ ਦਿੱਤੀ ਸੀ ਕਿ ਅਬਸ਼ਲੋਮ ਆਪਣੇ ਹੀ ਘਰ ਰਹੇ ਅਤੇ ਮੇਰੇ ਸਾਹਮਣੇ ਨਾ ਆਵੇ।
ਸੋ ਅਬਸ਼ਲੋਮ ਜਾ ਕੇ ਆਪਣੇ ਘਰ ਵਿੱਚ ਰਹਿਣ ਲੱਗਾ ਅਤੇ ਰਾਜਾ ਦੇ ਸਾਹਮਣੇ ਨਾ ਗਿਆ। ਸਾਰਾ ਪੜ੍ਹਦੇ ਹਾਂ ਜੀ। ਹਾਂਜੀ, ਖਤਮ ਕਰ ਦਿਓ ਚੈਪਟਰ। ਅਬਸ਼ਲੋਮ ਦਾ ਆਪਣੇ ਪਿਤਾ ਦਾਊਦ ਨਾਲ ਮੇਲ। ਸਾਰੇ ਇਸਰਾਇਲ ਵਿੱਚ ਅਬਸ਼ਲੋਮ ਜਿੰਨਾ ਸੋਹਣਾ ਜਵਾਨ ਕੋਈ ਦੂਜਾ ਨਹੀਂ ਸੀ। ਅਬਸ਼ਲੋਮ ਵਿੱਚ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਕਮੀ ਨਹੀਂ ਸੀ। ਉਸ ਦੇ ਸਿਰ ਦੇ ਵਾਲ ਵੀ ਬਹੁਤ ਘਣੇ ਸਨ। ਉਹ ਸਾਲ ਵਿੱਚ ਇੱਕ ਵਾਰ ਜਦੋਂ ਉਸ ਦੇ ਵਾਲ ਬਹੁਤ ਵੱਧ ਜਾਂਦੇ ਸਨ ਤਾਂ ਆਪਣੇ ਵਾਲ ਮੁੰਦਾ ਸੀ, ਤਾਂ ਉਸ ਸਮੇਂ ਉਸ ਦੇ ਵਾਲਾਂ ਦਾ ਭਾਰ ਸ਼ਾਹੀ ਤੋਲ ਅਨੁਸਾਰ 2 ਕਿਲੋ ਤੋਂ ਵੀ ਵੱਧ ਹੁੰਦਾ ਸੀ। ਅਬਸ਼ਲੋਮ ਦੇ 3 ਪੁੱਤਰ ਅਤੇ ਇੱਕ ਧੀ ਸੀ ਜਿਸ ਦਾ ਨਾਂ ਤਮਾਰ ਸੀ, ਜੋ ਬਹੁਤ ਸੁੰਦਰ ਸੀ। ਅਬਸ਼ਲੋਮ ਯਰੂਸ਼ਲਮ ਵਿੱਚ ਪੂਰੇ 2 ਸਾਲਾਂ ਤੱਕ ਬਿਨਾਂ ਰਾਜਾ ਦੇ ਦਰਸ਼ਨ ਕੀਤਿਆਂ ਰਿਹਾ। ਅੰਤ ਵਿੱਚ ਅਬਸ਼ਲੋਮ ਨੇ ਜੋਆਬ ਨੂੰ ਰਾਜਾ ਕੋਲ ਘੱਲਣ ਲਈ ਸੱਦਿਆ, ਪਰ ਉਹ ਨਾ ਆਇਆ। ਉਸਨੇ ਜੋਆਬ ਨੂੰ ਫਿਰ ਸੱਦਿਆ, ਪਰ ਉਸਨੇ ਦੂਜੀ ਵਾਰ ਵੀ ਇਨਕਾਰ ਕਰ ਦਿੱਤਾ। ਤਦ ਅਬਸ਼ਲੋਮ ਨੇ ਆਪਣੇ ਨੌਕਰਾਂ ਨੂੰ ਕਿਹਾ, ਜੋਆਬ ਦੇ ਖੇਤ ਮੇਰੇ ਖੇਤਾਂ ਨਾਲ ਲੱਗਦੇ ਹਨ। ਉੱਥੇ ਇਸ ਵੇਲੇ ਜੌਆਂ ਦੀ ਫਸਲ ਪੱਕ ਰਹੀ ਹੈ। ਤੁਸੀਂ ਜਾ ਕੇ ਉਸ ਨੂੰ ਅੱਗ ਲਾ ਦੇਵੋ। ਉਸ ਦੇ ਨੌਕਰਾਂ ਨੇ ਜਾ ਕੇ ਇਸੇ ਤਰ੍ਹਾਂ ਕੀਤਾ। ਸੋ ਜੋਆਬ ਤੁਰੰਤ ਅਬਸ਼ਲੋਮ ਦੇ ਘਰ ਗਿਆ ਅਤੇ ਬੋਲਿਆ, ਤੇਰੇ ਨੌਕਰਾਂ ਨੇ ਮੇਰੇ ਖੇਤਾਂ ਵਿੱਚ ਅੱਗ ਕਿਉਂ ਲਾਈ ਹੈ? ਅਬਸ਼ਲੋਮ ਨੇ ਉਸ ਨੂੰ ਉੱਤਰ ਦਿੱਤਾ, ਕਿਉਂਕਿ ਮੈਂ 2 ਵਾਰ ਤੇਰੇ ਕੋਲ ਸੱਦਣ ਲਈ ਆਦਮੀ ਘੱਲੇ, ਪਰ ਤੂੰ ਨਾ ਆਇਆ। ਮੈਂ ਤੈਨੂੰ ਰਾਜਾ ਕੋਲ ਸੰਦੇਸ਼ ਦੇ ਕੇ ਘੱਲਣਾ ਚਾਹੁੰਦਾ ਸਾਂ ਕਿ ਤੂੰ ਉਸ ਨੂੰ ਜਾ ਕੇ ਦੱਸੇ, ਮੇਰੇ ਲਈ ਤਾਂ ਗਸ਼ੂਰ ਵਿੱਚ ਹੀ ਰਹਿਣਾ ਚੰਗਾ ਸੀ। ਤੂੰ ਮੈਨੂੰ ਰਾਜਾ ਦੇ ਦਰਸ਼ਨ ਕਰਵਾ। ਜੇਕਰ ਮੇਰਾ ਕੋਈ ਦੋਸ਼ ਹੈ ਤਾਂ ਉਹ ਮੈਨੂੰ ਆਪਣੇ ਹੱਥੀਂ ਕਤਲ ਕਰ ਦੇਵੇ। ਸੋ ਜੋਆਬ ਨੇ ਜਾ ਕੇ ਰਾਜਾ ਦਾਊਦ ਨੂੰ ਉਹ ਸਭ ਕੁਝ ਦੱਸਿਆ ਜੋ ਅਬਸ਼ਲੋਮ ਨੇ ਕਿਹਾ ਸੀ। ਤਦ ਰਾਜਾ ਨੇ ਅਬਸ਼ਲੋਮ ਨੂੰ ਆਪਣੇ ਕੋਲ ਸੱਦਿਆ। ਅਬਸ਼ਲੋਮ ਨੇ ਰਾਜਾ ਕੋਲ ਜਾ ਕੇ ਉਸ ਨੂੰ ਨਿਉ ਕੇ ਪ੍ਰਣਾਮ ਕੀਤਾ। ਰਾਜਾ ਨੇ ਅਬਸ਼ਲੋਮ ਨੂੰ ਜੱਫੀ ਵਿੱਚ ਲੈ ਕੇ ਚੁੰਮਿਆ। ਬਸ ਇੱਥੇ ਠੀਕ ਹੈ ਜੀ, ਇੱਥੇ ਤੱਕ ਹੀ ਪੜ੍ਹੇ ਨਾਮ ਤੇ ਸ਼ੀਸ਼ ਬਰਕਤ ਮਿਲੇ। ਪ੍ਰਭੂ ਦੇ ਸ਼ਬਦ ਦੇ ਵਿੱਚ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਇੱਥੇ ਦਾਊਦ ਆਪਣੇ ਬੇਟੇ ਨੂੰ ਮਿਸ ਕਰਦਾ ਪਿਆ, ਲੇਕਿਨ ਉਸਨੂੰ ਬੜੇ ਤਰੀਕੇ ਦੇ ਨਾਲ ਉਹ ਘਰ ਲੈ ਕੇ ਆ ਰਿਹਾ, ਜਿਸ ਦੇ ਨਾਲ ਉਸਨੇ ਉਸਨੂੰ ਮੁੜ ਕੇ ਸਥਾਪਿਤ ਵੀ ਕੀਤਾ, ਲੇਕਿਨ ਉਸਨੂੰ ਇਸ ਚੀਜ਼ ਦਾ ਅਹਿਸਾਸ ਵੀ ਹੋਣ ਦਿੱਤਾ ਕਿ ਤੂੰ ਆਪਣੇ ਭਰਾ ਦਾ ਕਤਲ ਕੀਤਾ। ਸੋ ਲੇਕਿਨ ਕਿਉਂਕਿ ਅਬਸ਼ਲੋਮ ਨੇ ਫਿਰ ਉਸਨੂੰ ਕਿਹਾ ਕਿ ਵੀ ਮੈਂ ਉਹਦਾ ਕਤਲ ਕੀਤਾ ਹੈ, ਜਾਂ ਤਾਂ ਫਿਰ ਤੂੰ ਮੈਨੂੰ ਜਾਨੋਂ ਮਾਰ ਦੇ ਤੇ ਜਾਂ ਫਿਰ ਮੈਨੂੰ ਆਪਣੇ ਮੂਹਰੇ ਆਉਣ। ਸੋ ਰਾਜਾ ਨੇ ਉਸਨੂੰ ਬੁਲਾਇਆ, ਆਪਣੀ ਜੱਫੀ ਦੇ ਵਿੱਚ ਲਿਆ, ਉਸਨੂੰ ਚੁੰਮਿਆ ਔਰ ਉਸ ਦੇ ਨਾਲ ਉਹਨਾਂ ਦਾ ਰਿਸ਼ਤਾ ਠੀਕ ਹੋ ਗਿਆ। ਹੁਣ ਅਸੀਂ 15ਵੇਂ ਚੈਪਟਰ ਦੇ ਵਿੱਚ ਜਾਵਾਂਗੇ। 15ਵੇਂ ਚੈਪਟਰ ਦੇ ਵਿੱਚ ਅਸੀਂ ਇਸ ਦੀਆਂ ਪਹਿਲੀਆਂ 7 ਆਇਤਾਂ ਦੇ 6 ਆਇਤਾਂ ਦੇਖਾਂਗੇ। ਔਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਲਿਖਵਾ ਦਿੰਦਾ ਹੁਣੇ ਇੱਥੇ 7ਵੀਂ ਆਇਤ ਤੋਂ ਬਾਅਦ ਸਾਮ 64 64 ਜ਼ਬੂਰ, ਇਹ ਲਿਖ ਲਓ। 12 ਆਇਤ ਤੋਂ ਬਾਅਦ ਜ਼ਬੂਰ 41, 16 ਆਇਤ ਤੋਂ ਬਾਅਦ ਜ਼ਬੂਰ ਭਜਨ 63, 29 ਆਇਤ ਤੋਂ ਬਾਅਦ ਭਜਨ 61, 31 आयत तो बाद जबूर 3 और जबूर 22 द्वारा इत्थे आएगा। 22 पहला भी सी, 22 द्वारा इत्थे आएगा, क्योंकि ये जड़ा जबूर आ ये दाऊद दा सब तो प्यारा जबूर सी। जिस वेले भी वो किसी मुश्किल दे विच हुंदा सी तां इस जबूर नूं वो याद करता सी। जिसले प्रभु दी आवाज उसनूं नहीं क्लीयरली सुनदी सी तां फिर वो इस जबूर नूं याद करता सी। और चैप्टर दे एंड दे विच जबूर 14 और 53 और असीं इन्हां नूं इसे हिसाब दे नाल पढ़ांगे। सो जिस तरह कोई बंदा 1 ਤੋਂ 6 पढ़दा पिया ते अगला बंदा
ਜਿਹੜਾ ਹੈਗਾ ਆ ਉਹ ਜ਼ਬੂਰ ਤਿਆਰ ਰੱਖੇ। ਜਿੱਦਾਂ ਹੁਣ ਜਿਸਨੇ ਪੜ੍ਹਨਾ ਹੈਗਾ 1 ਤੋਂ 6 ਤੇ ਕੋਈ ਜਾਣਾ ਜ਼ਬੂਰ 64 ਜਿਹੜਾ ਉਸਨੂੰ ਕੱਢ ਕੇ ਰੱਖੇ ਔਰ ਆਪਣੇ ਇਧਰਲੇ ਪਾਸੇ ਆਫ ਰੈਡੀ ਰਹੇ, ਜਿਸ ਵੇਲੇ ਆਪਾਂ ਕਵਾਂਗੇ ਉਸ ਵੇਲੇ ਉਸਨੂੰ ਪੜ੍ਹਦਾ। ਆਓ ਜੀ 1 ਤੋਂ 6 ਆ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ ਹਾਂਜੀ। ਅਬਸ਼ਾਲੋਮ ਦਾ ਵਿਦਰੋਹ। ਇਸ ਦੇ ਪਿੱਛੋਂ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਲਏ। ਉਸਨੇ ਆਪਣੇ ਅੱਗੇ ਦੌੜਨ ਲਈ 50 ਆਦਮੀ ਵੀ ਰੱਖੇ। ਉਹ ਹਰ ਸਵੇਰੇ ਤੜਕੇ ਉੱਠ ਕੇ ਸ਼ਹਿਰ ਦੇ ਫਾਟਕ ਉੱਤੇ ਜਾ ਕੇ ਖੜਾ ਹੋ ਜਾਂਦਾ ਸੀ। ਉਸ ਵੇਲੇ ਜੇਕਰ ਕੋਈ ਫਰਿਆਦੀ ਰਾਜਾ ਉਸ ਕੋਲ ਆਪਣੀ ਫਰਿਆਦ ਲੈ ਕੇ ਆਉਂਦਾ ਤਾਂ ਅਬਸ਼ਾਲੋਮ ਉਸ ਨੂੰ ਖੜਾ ਕਰਕੇ ਪੁੱਛਦਾ, ਤੂੰ ਕਿੱਥੋਂ ਆਇਆ ਹੈ ਅਤੇ ਤੇਰਾ ਕਬੀਲਾ ਕਿਹੜਾ ਹੈ? ਉਸ ਆਦਮੀ ਦਾ ਉੱਤਰ ਮਿਲ ਜਾਣ ਦੇ ਪਿੱਛੋਂ ਅਬਸ਼ਾਲੋਮ ਉਸ ਨੂੰ ਕਹਿੰਦਾ, ਕਾਨੂੰਨੀ ਤੌਰ ਤੇ ਤੂੰ ਠੀਕ ਹੈ, ਪਰ ਰਾਜਾ ਵੱਲੋਂ ਤੇਰੀ ਸੁਣਨ ਵਾਲਾ ਕੋਈ ਨਹੀਂ ਹੈ। ਫਿਰ ਅਬਸ਼ਾਲੋਮ ਅੱਗੇ ਕਹਿੰਦਾ, ਕਾਸ਼ ਕਿ ਮੈਂ ਨਿਆਂ ਅਧਿਕਾਰੀ ਹੁੰਦਾ ਅਤੇ ਲੋਕ ਮੇਰੇ ਕੋਲ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਅਤੇ ਮੈਂ ਉਹਨਾਂ ਨੂੰ ਨਿਆਂ ਦਿੰਦਾ। ਇਹ ਸੁਣ ਕੇ ਜਦੋਂ ਆਉਣ ਵਾਲਾ ਆਦਮੀ ਅਬਸ਼ਾਲੋਮ ਨੂੰ ਨਿਉ ਕੇ ਪ੍ਰਣਾਮ ਕਰਦਾ ਤਾਂ ਉਹ ਉਸ ਆਦਮੀ ਨੂੰ ਜੱਫੀ ਵਿੱਚ ਲੈ ਕੇ ਚੁੰਮਦਾ। ਅਬਸ਼ਾਲੋਮ ਨੇ ਇਸ ਤਰ੍ਹਾਂ ਦਾ ਵਰਤਾਓ ਉਹਨਾਂ ਸਭ ਇਸਰਾਏਲੀਆਂ ਨਾਲ ਕੀਤਾ ਜੋ ਰਾਜਾ ਕੋਲ ਨਿਆਂ ਲਈ ਆਏ ਅਤੇ ਇਸ ਤਰ੍ਹਾਂ ਉਸਨੇ ਲੋਕਾਂ ਦੇ ਮਨ ਜਿੱਤ ਲਏ। ਆਮੀਨ। ਉਸਨੇ ਲੋਕਾਂ ਦੇ ਮਨ ਹੁਣ ਜਿੱਤਣੇ ਸ਼ੁਰੂ ਕਰ ਦਿੱਤੇ। ਉਸਦੇ ਮਨ ਦੇ ਵਿੱਚ ਕੋਈ ਗੱਲ ਚੱਲਦੀ ਪਈ ਆ ਔਰ ਉਸਨੇ ਹੁਣ ਪਲਾਟ, ਜਿਸ ਤਰ੍ਹਾਂ ਜਿਸ ਨੂੰ ਕਹਿੰਦਾ ਹੁੰਦੇ ਆ, ਉਹ ਪਲਾਟ ਉਸਨੇ ਹੁਣ ਔਰ ਉਸਦੇ ਦੁਆਰਾ ਹੁਣ ਉਸਨੇ ਦਾਊਦ ਤੋਂ ਲੋਕਾਂ ਨੂੰ ਪਰੇ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਨੰਬਰ 2 ਦੇ ਉੱਤੇ, ਕਿਉਂਕਿ ਸਭ ਤੋਂ ਵੱਡਾ ਉਹ ਆ ਪਰਿਵਾਰ ਦੇ ਵਿੱਚ, ਸਭ ਤੋਂ ਵੱਡਾ ਉਹ ਸੋ ਉਹ ਉਸਨੂੰ ਪਤਾ ਕਿ ਮੈਂ ਰਾਜਾ ਬਣਨਾ, ਜਿਹੜਾ ਉਹਦੇ ਖਿਆਲ ਦੇ ਵਿੱਚ। ਦਾਊਦ ਨੂੰ ਵੀ ਕੋਈ ਨਹੀਂ ਇਹਦੇ ਵਿੱਚ ਹੈਗਾ। ਸੋ ਉਹ ਹਰ ਇੱਕ ਬੰਦੇ ਨੂੰ ਰਸਤੇ ਦੇ ਵਿੱਚ ਹੀ ਉਸਨੂੰ ਮਦਦ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਉਸਨੂੰ ਉਸਦੀ ਅਗਰ ਕੋਈ ਮਾੜੀ ਮੋਟੀ ਪੈਸੇ ਧੇਲੇ ਦੀ ਆ ਤਾਂ ਉਹ ਰਾਜਕੁਮਾਰ ਰਾਜ ਖਜ਼ਾਨੇ 'ਚ ਜਾਣਾ ਹੈਗਾ, ਉਹਨਾਂ ਦੀ ਉਸ ਤਰ੍ਹਾਂ ਉਸਨੇ ਮਦਦ ਕਰਨੀ ਸ਼ੁਰੂ ਕਰਤੀ। ਉਹ ਬੰਦਾ ਜਿਸਲੇ ਵਾਪਸ ਆਪਣੇ ਕਬੀਲੇ ਦੇ ਲੋਕਾਂ ਦੇ ਕੋਲ ਜਾਂਦਾ, ਉਹਨਾਂ ਨੂੰ ਦੱਸਦਾ ਕਿ ਰਾਜਕੁਮਾਰ ਜਿਹੜਾ ਹੈਗਾ ਉਹ ਰੀਅਲੀ ਜਿਸ ਤਰ੍ਹਾਂ ਕਿ ਸਾਡਾ ਖਿਆਲ ਰੱਖਦਾ ਪਿਆ। ਸੋ ਉਸਨੇ ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਔਰ ਕੋਈ ਜਾਣਾ ਹਾਂਜੀ ਮੈਂ ਪੜ੍ਹ ਦਿੰਦੀ ਪਾਸਟਰ ਜੀ। ਹਾਂਜੀ 883 ਪੇਜ 64 ਜ਼ਬੂਰ। ਗੁਪਤ ਬੈਰੀਆਂ ਤੋਂ ਛੁਟਕਾਰੇ ਲਈ ਪ੍ਰਾਰਥਨਾ। ਹੇ ਪਰਮੇਸ਼ਰ, ਦੁੱਖ ਸਮੇਂ ਮੇਰੀ ਪੁਕਾਰ ਸੁਣ ਅਤੇ ਮੈਨੂੰ ਮੇਰੇ ਵੈਰੀਆਂ ਦੇ ਡਰ ਤੋਂ ਬਚਾ। ਤੂੰ ਮੈਨੂੰ ਬੁਰੇ ਕੰਮ ਕਰਨ ਵਾਲਿਆਂ ਦੀਆਂ ਗੁਪਤ ਵਿਉਂਤਾਂ ਤੋਂ ਬਚਾ ਤੇ ਉਹਨਾਂ ਦੀਆਂ ਵਿਉਂਤਾਂ ਤੋਂ ਮੇਰੀ ਰੱਖਿਆ ਕਰ। ਉਹਨਾਂ ਦੀ ਜੀਭ ਤਲਵਾਰ ਦੀ ਤਰ੍ਹਾਂ ਚੱਲਦੀ ਹੈ ਅਤੇ ਉਹਨਾਂ ਦੇ ਬੋਲ ਜ਼ਹਿਰ ਬੁੱਝੇ ਤੀਰਾਂ ਵਾਂਗ ਹਨ। ਉਹ ਗੁਪਤ ਰੂਪ ਵਿੱਚ ਮਾਸੂਮ ਤੇ ਚਲਾਉਣ ਲਈ ਤਿਆਰ ਰਹਿੰਦੇ ਹਨ। ਉਹ ਅਚਾਨਕ ਡਰ ਹੋ ਕੇ ਉਸ ਤੇ ਛੱਡ ਦਿੰਦੇ ਹਨ। ਉਹ ਬੁਰੇ ਕੰਮ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਉਹ ਦੂਜਿਆਂ ਲਈ ਜਾਨ ਬਚਾਉਣ ਦੀ ਤਾਕ ਵਿੱਚ ਰਹਿੰਦੇ ਹਨ। ਉਹ ਕਹਿੰਦੇ ਹਨ, ਸਾਨੂੰ ਕੌਣ ਦੇਖ ਸਕਦਾ ਹੈ? ਸਾਡੇ ਅਪਰਾਧ ਕੌਣ ਜਾਣ ਸਕਦਾ ਹੈ? ਅਸੀਂ ਸੋਚ ਸਮਝ ਕੇ ਵਿਉਂਤ ਬਣਾਈ ਹੈ। ਮਨੁੱਖ ਦੇ ਅੰਤਕਾਰ ਤੇ ਦਿਲ ਦੇ ਵਿਚਾਰ ਡੂੰਘੇ ਹਨ, ਪਰ ਪਰਮੇਸ਼ਰ ਉਹਨਾਂ ਤੇ ਅਚਾਨਕ ਤੀਰ ਛੱਡਦਾ ਹੈ ਅਤੇ ਉਹ ਜ਼ਖਮੀ ਹੋ ਜਾਂਦੇ ਹਨ। ਉਹਨਾਂ ਦੀ ਆਪਣੀ ਜੀਭ ਹੀ ਉਹਨਾਂ ਨੂੰ ਧੋਖਾ ਦੇਵੇਗੀ ਤੇ ਉਹਨਾਂ ਤੇ ਹਰ ਦੇਖਣ ਵਾਲਾ ਸਿਰ ਹਿਲਾਉਂਦਾ ਹੈ। ਤਾਂ ਸਭ ਮਨੁੱਖ ਡਰਨਗੇ, ਉਹਦੇ ਕੰਮ ਸਮਝ ਜਾਣਗੇ ਤੇ ਪਰਮੇਸ਼ਰ ਦੇ ਕੰਮਾਂ ਬਾਰੇ ਦੱਸਣਗੇ। ਭਲੇ ਲੋਕ ਪ੍ਰਭੂ ਤੋਂ ਖੁਸ਼ ਹੋਣਗੇ ਅਤੇ ਉਸ ਦੀ ਸ਼ਰਨ ਵਿੱਚ ਆਉਣਗੇ। ਸਭ ਸ਼ੁੱਧ ਮਨ ਵਾਲੇ ਪਰਮੇਸ਼ਰ ਦੀ ਮਹਿਮਾ ਕਰਨਗੇ। ਆਮੀਨ। ਪ੍ਰਭੂ ਦੇ ਵਚਨ ਦੇ ਵਿੱਚ ਦੇਖੋ, ਦਾਊਦ ਨੂੰ ਪਤਾ ਲੱਗਦਾ ਪਿਆ ਸਾਰੀਆਂ ਚੀਜ਼ਾਂ ਦਾ। ਦਾਊਦ ਨੂੰ ਪਤਾ ਲੱਗਦਾ ਪਿਆ ਕਿ ਉਹ ਕੱਲਾ ਨੇ ਆ, ਉਹਦੇ ਨਾਲ ਆ ਜਿਹੜੇ ਕਿ ਉਸਨੂੰ ਬਰਗਲਾ ਰਹੇ ਆ। ਇਹ ਇੱਕ ਬੰਦੇ ਦੀ ਸਕੀਮ ਨਹੀਂ ਹੋ ਸਕਦੀ। ਸੋ ਦਾਊਦ ਜਿਸ ਤਰ੍ਹਾਂ ਕਿ ਉਹਦੇ ਨਾਲ ਉਹ ਆਪਣੀ ਜਿਹੜੀ ਦਇਆ, ਆਪਣਾ ਜਿਹੜਾ ਦੁੱਖ ਆ, ਉਹ ਪ੍ਰਭੂ ਤੋਂ ਲੈ ਕੇ ਜਾ ਰਿਹਾ। ਦਾਊਦ ਬੇਸਿਕਲੀ ਅੰਦਰੋਂ ਟੁੱਟ ਚੁੱਕਾ ਹੈ। ਜਿਸ ਵੇਲੇ ਉਸਨੇ ਬੈਸ਼ੀਬਾ ਦੇ ਸਮੇਂ ਤੋਂ ਉਸਨੇ ਪਾਪ ਕੀਤਾ ਨਾ, ਉਸ ਪਾਪ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ ਹੈ। ਔਰ ਉਸ ਤੋਂ ਬਾਅਦ ਜਿਹੜਾ ਦਾਊਦ ਆ, ਉਹ ਬਹੁਤ, ਉਸਦਾ ਜਿਹੜਾ ਦਿਲ ਆ ਉਹ ਬਹੁਤ ਜ਼ਿਆਦਾ ਨਰਮ ਹੋ ਗਿਆ। ਉਸਨੇ ਬਹੁਤ ਜ਼ਿਆਦਾ ਪ੍ਰਭੂ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰਤਾ। ਉਸਨੇ ਸਭ ਕੁਛ ਆਪਣਾ ਆਲਾ ਦੁਆਲਾ ਦੇਖਣਾ ਸ਼ੁਰੂ ਕਰ ਦਿੱਤਾ ਕਿ ਕਿਤੇ ਮੁੜ ਕੇ ਮੇਰੇ ਕੋਲ ਪਾਪ ਨਾ ਹੋਵੇ। ਜਿਸਨੇ ਮੈਨੂੰ ਗਦੀ ਤੋਂ ਚੁੱਕ ਕੇ ਗੱਦੀ ਤੇ ਬਿਠਾਇਆ, ਜਿਸਨੇ ਮੇਰੀ ਰਾਖੀ ਕੀਤੀ ਆ,
ਜੇ ਇਹ ਲੋਕ ਇਹ ਕੰਮ ਕਰਦੇ ਵੀ ਹੋਣਗੇ ਤੇ ਮੈਂ ਪ੍ਰਭੂ ਦੇ ਕੋਲ ਜਾਊਂਗਾ ਔਰ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹਦੇ ਤੋਂ ਮੰਗੂੰਗਾ ਤਾਂ ਉਹ ਮੈਨੂੰ ਛੁਟਕਾਰਾ ਦੇਗਾ। ਸੋ ਇਹ ਜਿਹੜੇ ਜਾਲ ਵਿਛਦੇ ਪਏ ਆ ਉਸ ਦੇ ਲਈ ਮਾੜੀ ਜੀ ਤੁਹਾਨੂੰ ਇੱਥੇ ਇੱਕ ਮਿਸਟੇਕ ਠੀਕ ਕਰਨੀ ਪੈਣੀ। ਪੰਜਵੀਂ ਦਾ ਆਇਤ ਆ, ਉਹ ਬੁਰੇ ਕੰਮ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ ਪਰ ਦੂਜਿਆਂ ਦੇ ਲਈ ਜਾਲ ਵਿਛਾਉਂਦੇ ਹਨ, ਜਾਲ ਵਿਛਾਉਣ ਦੀ ਤਾਕ ਦੇ ਵਿੱਚ ਰਹਿੰਦੇ ਹਨ। ਸੋ ਇਹ ਜਿਹੜਾ ਕੰਮ ਹੋ ਰਿਹਾ ਉਹਦੇ ਖਿਲਾਫ ਤੁਸੀਂ ਇਹ ਦੇਖੋ ਕਿ ਉਹ ਇਸ ਦੀ ਦੁਆ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਗਿਆ ਔਰ ਉੱਥੇ ਬੈਠ ਕੇ ਗਾ ਰਿਹਾ। ਲੋਕ ਸੁਣਦੇ ਪਏ ਆ, ਲੋਕਾਂ ਨੂੰ ਵੀ ਪਤਾ ਆ ਕੀ ਹੋ ਰਿਹਾ, ਪਤਾ ਆ ਉਹਨਾਂ ਨੂੰ ਅੰਦਰੋਂ ਗਤੀ ਕੀ ਹੋ ਰਿਹਾ। ਔਰ ਦੂਸਰਾ ਉਹ ਕਿਉਂਕਿ ਉਹ ਭਲਾ ਕੰਮ ਕਰਦਾ ਪਿਆ ਸਾਰਿਆਂ ਦੇ ਲਈ, ਲੋਕ ਉਧਰੋਂ ਵੀ ਖੁਸ਼ ਆ। ਚਲੋ ਇੱਕ ਜਵਾਨ ਉੱਠਿਆ, ਹੁਣ ਇੱਕ ਰਾਜਾ ਹੁਣ ਬੁੱਢਾ ਹੁੰਦਾ ਜਾ ਰਿਹਾ ਵੀ ਇੱਕ ਜਵਾਨ ਹੁਣ ਉੱਠਿਆ ਆ ਤੇ ਚਲੋ ਰਾਜ ਭਾਗ ਨੂੰ ਸੰਭਾਲਦਾ ਪਿਆ, ਲੋਕਾਂ ਦੀ ਟੇਕ ਕੇਅਰ ਕਰਦਾ ਪਿਆ, ਪਰ ਉਹਨਾਂ ਨੂੰ ਪਤਾ ਆ ਵੀ ਜਾਲ ਵਿਛਦਾ ਪਿਆ। ਦਾਊਦ ਨੂੰ ਵੀ ਪਤਾ ਜਾਲ ਵਿਛਦਾ ਪਿਆ। ਸੋ ਇਸ ਕਰਕੇ ਉਹ ਆਪਣੀਆਂ ਅਰਜ਼ੋਈਆਂ ਪ੍ਰਭੂ ਦੇ ਕੋਲ ਲੈ ਕੇ ਜਾਂਦਾ ਪਿਆ। ਸੋ ਕੋਈ ਜਾਣਾ 41 ਜ਼ਬੂਰ ਕੱਢ ਕੇ ਰੱਖੇ ਔਰ ਹੁਣ ਅਸੀਂ 7 ਤੋਂ ਲੈ ਕੇ 12 ਆਇਤ ਤੱਕ ਜਿਸ ਨੂੰ ਮਿਲ ਜਾਏ। ਓਕੇ ਤੁਸੀਂ ਪੜ੍ਹਦੇ ਤਦ 4 ਜ਼ਬੂਰ ਦੇ ਨਾਲ ਰੈਡੀ ਰਹੋ। ਤਦ 4 ਸਾਲਾਂ ਦੇ ਪਿੱਛੋਂ ਅਬਸ਼ਲੋਮ ਨੇ ਰਾਜਾ ਦਾਊਦ 7 ਤੋਂ ਲੈ ਕੇ 5 ਹਾਂਜੀ 15ਵੀਂ ਆਇਤ 7 ਤੋਂ ਲੈ ਕੇ ਅਸੀਂ 12 ਤਾਈਂ ਪੜ੍ਹਨਾ। ਗੋ ਹੈਡ ਬੇਟੇ। ਤਦ 4 ਸਾਲ ਦੇ ਪਿੱਛੋਂ ਅਬਸ਼ਲੋਮ ਨੇ ਰਾਜਾ ਦਾਊਦ ਨੂੰ ਕਿਹਾ, ਮਹਾਰਾਜ ਮੈਨੂੰ ਹਬਰੋਨ ਨੂੰ ਜਾਣ ਦੇਵੋ, ਕਿਉਂਕਿ ਮੈਂ ਉੱਥੇ ਪ੍ਰਭੂ ਅੱਗੇ ਸੁਖੀ ਸੁਖਣਾ ਹੋਈ ਪੂਰੀ ਕਰਨੀ ਹੈ। ਜਦੋਂ ਮੈਂ ਆਰਾਮ ਦੇ ਨਗਰ ਗਸ਼ੂਰ ਵਿੱਚ ਸਾਂ ਤਾਂ ਮੈਂ ਸੁਖਣਾ ਸੁਖੀ ਸੀ। ਸੈਮੂਅਲ 15 ਹਾਂਜੀ 15ਵਾਂ ਚੈਪਟਰ ਤੇ ਉਹਦੀ 7ਵੀਂ ਆਇਤ ਤੋਂ ਆ। ਤਦ ਜਦੋਂ ਮੈਂ ਆਰਾਮ ਦੇ ਨਗਰ ਗਸ਼ੂਰ ਵਿੱਚ ਸਾਂ ਤਾਂ ਮੈਂ ਸੁਖਣਾ ਸੁਖੀ ਸੀ ਕਿ ਜੇਕਰ ਪ੍ਰਭੂ ਮੈਨੂੰ ਯਰੂਸ਼ਲਮ ਵਿੱਚ ਵਾਪਸ ਲੈ ਜਾਵੇਗਾ ਤਾਂ ਮੈਂ ਹਬਰੋਨ ਵਿੱਚ ਜਾ ਕੇ ਉਸ ਦੀ ਉਪਾਸਨਾ ਕਰਾਂਗਾ। ਰਾਜਾ ਨੇ ਉਸ ਨੂੰ ਉੱਤਰ ਦਿੱਤਾ, ਤੂੰ ਖੁਸ਼ੀ ਨਾਲ ਜਾ। ਸੋ ਅਬਸ਼ਲੋਮ ਹਬਰੋਨ ਨੂੰ ਚਲਾ ਗਿਆ, ਪਰ ਉਸਨੇ ਚੁੱਪਚਾਪ ਸੰਦੇਸ਼ਵਾਹਕ ਸਾਰੇ ਇਸਰਾਇਲੀ ਕਬੀਲਿਆਂ ਕੋਲ ਘੱਲੇ ਅਤੇ ਲੋਕਾਂ ਨੂੰ ਕਿਹਾ, ਜਦੋਂ ਤੁਸੀਂ ਬਿਗਲ ਦੀ ਆਵਾਜ਼ ਸੁਣੋ ਤਾਂ ਤੁਸੀਂ ਇਹ ਨਾਰਾ ਮਾਰਨਾ, ਹਬਰੋਨ ਵਿੱਚ ਅਬਸ਼ਲੋਮ ਰਾਜਗੱਦੀ ਉੱਤੇ ਬੈਠਾ ਹੈ। ਯਰੂਸ਼ਲਮ ਤੋਂ ਅਬਸ਼ਲੋਮ ਆਪਣੇ ਨਾਲ 200 ਆਦਮੀਆਂ ਨੂੰ ਸੱਦਾ ਦੇ ਕੇ ਲਿਆ, ਜਿਨ੍ਹਾਂ ਨੂੰ ਉਸ ਦੀ ਇਸ ਵਿਉਂਤ ਦਾ ਕੁਝ ਪਤਾ ਨਹੀਂ ਸੀ। ਇਸ ਲਈ ਉਹ ਬੇਧੜਕ ਹੋ ਕੇ ਉਸ ਦੇ ਨਾਲ ਹੋ ਚੱਲੇ। ਅਬਸ਼ਲੋਮ ਨੇ ਦਾਊਦ ਦੇ ਇੱਕ ਮੰਤਰੀ ਗਿਲੋਨੀ ਅਹੀਤੋਫਲ ਨੂੰ, ਜੋ ਗਿਲੋ ਸ਼ਹਿਰ ਦਾ ਰਹਿਣ ਵਾਲਾ ਸੀ, ਨੂੰ ਵੀ ਉਸ ਸਮੇਂ ਸੱਦ ਲਿਆ ਜਦੋਂ ਉਹ ਬਲੀ ਚੜਾਉਣ ਵਾਲਾ ਸੀ। ਇਸ ਤਰ੍ਹਾਂ ਉਸ ਦਾ ਗੁੱਟ ਵੱਧਦਾ ਗਿਆ ਅਤੇ ਉਸ ਦੀ ਵਿਉਂਤ ਪੱਕੀ ਹੁੰਦੀ ਗਈ। ਉਸਦੀ ਵਿਉਂਤ ਪੱਕੀ ਹੁੰਦੀ ਗਈ। ਜ਼ਬੂਰ 41 ਕੋਈ ਜਣਾ ਪੜ੍ਹਦਾ। ਬਿਮਾਰੀ ਦੇ ਸਮੇਂ ਦੀ ਪ੍ਰਾਰਥਨਾ। ਧੰਨ ਉਹ ਮਨੁੱਖ ਹੈ ਜੋ ਗਰੀਬ ਦੀ ਦੇਖਭਾਲ ਕਰਦਾ ਹੈ। ਪ੍ਰਭੂ ਦੁੱਖ ਦੇ ਸਮੇਂ ਉਸ ਨੂੰ ਛੁਟਕਾਰਾ ਦੇਵੇਗਾ। ਪ੍ਰਭੂ ਉਸ ਦੀ ਰੱਖਿਆ ਕਰਦਾ ਹੈ, ਉਹ ਉਸ ਨੂੰ ਜਿਉਂਦਿਆਂ ਰੱਖਦਾ ਹੈ। ਹੇ ਪ੍ਰਭੂ, ਤੂੰ ਉਸ ਨੂੰ ਇਸ ਧਰਤੀ ਉੱਤੇ ਖੁਸ਼ ਰੱਖ, ਉਸ ਨੂੰ ਉਸ ਦੇ ਵੈਰੀ ਦੀ ਇੱਛਾ ਤੇ ਨਾ ਰਹਿਣ ਦੇ। ਪ੍ਰਭੂ ਉਸ ਦੀ ਬਿਮਾਰੀ ਸਮੇਂ ਮਦਦ ਕਰਦਾ ਹੈ, ਉਹ ਉਸ ਨੂੰ ਹਰ ਬਿਮਾਰੀ ਤੋਂ ਚੰਗਿਆ ਕਰਦਾ ਹੈ। ਮੈਂ ਕਿਹਾ, ਹੇ ਪ੍ਰਭੂ, ਮੇਰੇ ਉੱਤੇ ਦਇਆ ਕਰ, ਮੈਨੂੰ ਚੰਗਿਆ ਕਰ, ਕਿਉਂਕਿ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ। ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਬੋਲਦੇ ਹਨ, ਉਹ ਕਹਿੰਦੇ ਹਨ, ਇਹ ਕਦੋਂ ਮਰੇਗਾ ਅਤੇ ਇਸ ਦਾ ਨਾਂ ਕਦੋਂ ਖਤਮ ਹੋਵੇਗਾ। ਜੋ ਮਨੁੱਖ ਮੈਨੂੰ ਦੇਖਣ ਆਉਂਦਾ ਹੈ ਉਹ ਵਿਅਰਥ ਗੱਲਾਂ ਕਰਦਾ ਹੈ, ਉਸ ਦੇ ਮਨ ਵਿੱਚ ਦੁਸ਼ਟਤਾ ਭਰੀ ਹੁੰਦੀ ਹੈ, ਉਹ ਬਾਹਰ ਜਾ ਕੇ ਇਸੇ ਸੰਬੰਧ ਵਿੱਚ ਗੱਲ ਕਰਦਾ ਹੈ। ਮੇਰੇ ਘਿਰਣਾ ਕਰਨ ਵਾਲੇ ਮੇਰੇ ਵਿਰੁੱਧ ਗੱਲਾਂ ਕਰਦੇ ਹਨ, ਉਹ ਮੇਰੇ ਬੁਰੇ ਬਾਰੇ ਸੋਚਦੇ ਹਨ। ਉਹ ਕਹਿੰਦੇ ਹਨ, ਉਹ ਭਿਆਨਕ ਰੋਗ ਲੱਗਾ ਹੈ, ਉਸ ਨੂੰ ਭਿਆਨਕ ਰੋਗ ਲੱਗਾ ਹੈ, ਉਹ ਹੁਣ ਦੁਬਾਰਾ ਮੰਜੇ ਤੋਂ ਉੱਠ ਨਹੀਂ ਸਕੇਗਾ। ਇੱਥੋਂ ਤੱਕ ਕਿ ਮੇਰਾ ਜਿਗਰੀ ਦੋਸਤ ਵੀ, ਜਿਸ ਨੇ ਮੇਰੇ ਨਾਲ ਇੱਕੋ ਥਾਲੀ ਵਿੱਚ ਖਾਧਾ, ਮੇਰੇ ਵਿਰੁੱਧ ਉੱਠ ਖੜਾ ਹੋਇਆ ਹੈ। ਪਰ ਹੇ ਪ੍ਰਭੂ,
ਤੂੰ ਮੇਰੇ ਤੇ ਕਿਰਪਾ ਕਰ। ਤੂੰ ਫਿਰ ਮੇਰੇ ਪੈਰਾਂ ਤੇ ਮੈਨੂੰ ਖੜਿਆ ਕਰ, ਤਾਂ ਮੈਂ ਆਪਣੇ ਵੈਰੀਆਂ ਨੂੰ ਮੂੰਹ ਤੋੜ ਉੱਤਰ ਦੇਵਾਂਗਾ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਤੂੰ ਮੇਰੇ ਤੇ ਖੁਸ਼ ਹੈ ਅਤੇ ਮੇਰਾ ਬੈਰੀ ਮੇਰੇ ਵਿਰੁੱਧ ਜਿੱਤ ਪ੍ਰਾਪਤ ਨਹੀਂ ਕਰੇਗਾ। ਤੂੰ ਮੇਰੀ ਨਿਰਦੋਸ਼ਤਾ ਦੇ ਕਾਰਨ ਮੈਨੂੰ ਸੰਭਾਲਦਾ ਹੈ ਅਤੇ ਆਪਣੇ ਸਾਹਮਣੇ ਹਮੇਸ਼ਾ ਮੈਨੂੰ ਰੱਖਦਾ ਹੈ। ਇਜ਼ਰਾਈਲ ਦਾ ਪਰਮੇਸ਼ਰ ਪ੍ਰਭੂ ਹਰ ਕਾਲ ਵਿੱਚ ਧੰਨ ਹੈ। ਆਮੀਨ ਆਮੀਨ। ਸੋ ਦਾਊਦ ਦੀ ਆਪਣੀ ਸਿਹਤ ਠੀਕ ਨਹੀਂ ਸੀ ਇਸ ਸਮੇਂ ਦੇ ਵਿੱਚ। ਸੋ ਉਧਰਲੇ ਪਾਸੇ ਦੂਸਰਾ ਜਿਹੜਾ ਉਸਦਾ ਬੇਟਾ ਆ, ਉਸਨੇ ਹੈਬਰੋਨ ਦੇ ਵਿੱਚ ਜਾ ਕੇ, ਜਿੱਥੇ ਹੈਬਰੋਨ ਦੇ ਵਿੱਚ ਕਿਲਾ ਸੀ ਜਿਸ ਲਈ ਦਾਊਦ ਰਾਜਾ ਬਣਿਆ ਸੀ, ਤਾਂ ਉਸਨੇ ਆਪਣਾ ਰਾਜ ਹੈਬਰੋਨ ਤੋਂ ਸ਼ੁਰੂ ਕੀਤਾ ਸੀ। ਸੋ ਜਿਹੜਾ ਹੈਬਰੋਨ ਦਾ ਇਲਾਕਾ ਆ, ਇਹ ਯਹੂਦਾ ਦੇ ਕਬੀਲੇ ਦੇ ਵਿੱਚ ਆਉਂਦਾ, ਜਿਸ ਦਾ ਅਬਸ਼ਲੋਮ ਵੀ ਪਾਰਟ ਸੀ, ਹਿੱਸਾ ਸੀਗਾ। ਸੋ ਬਹੁਤ ਸਾਰੇ ਯਹੂਦਾ ਕਬੀਲੇ ਦੇ ਲੋਕ ਵੀ ਉਸਦੇ ਨਾਲ ਲੱਗ ਗਏ। ਉਸਨੂੰ ਪਤਾ ਸੀ ਕਿ ਦਾਊਦ ਬਿਮਾਰ ਆ, ਇਹਨੇ ਮਰ ਜਾਣਾ, ਸੋ ਕਿਉਂ ਨਾ ਅਸੀਂ ਅਗਲੇ ਰਾਜੇ ਦਾ ਸਾਥ ਦੇਈਏ ਔਰ ਅਸੀਂ ਉਸਦੇ ਨਾਲ ਚੱਲੀਏ ਔਰ ਉਸਦੇ ਨਾਲ ਸਾਡੇ ਉੱਤੇ ਉਹਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ। ਸੋ ਪਰ ਦਾਊਦ, ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਉਹ ਜਿਹੜੀ ਗੱਲ ਦਾ ਵੀ ਉਸਨੂੰ ਪਤਾ ਲੱਗਦਾ, ਜਿੱਦਾਂ ਵੀ ਉਸਨੂੰ ਪਤਾ ਲੱਗਦਾ, ਉਹ ਪ੍ਰਭੂ ਦੇ ਕੋਲ ਉਸੇ ਵੇਲੇ ਚੱਲ ਜਾਂਦਾ। ਸੋ ਦਾਊਦ ਆਪਣੀਆਂ ਦੁਆਵਾਂ ਨੂੰ ਪ੍ਰਭੂ ਦੇ ਕੋਲ ਲੈ ਕੇ ਜਾ ਰਿਹਾ। ਲੇਕਿਨ ਇੱਥੇ ਇੱਕ ਪਾਪ ਦੀ ਚੀਜ਼ ਦੇਖੋ, ਜਦ ਇਨਸਾਨ ਦੇ ਕੋਲੋਂ ਪਾਪ ਹੋ ਜਾਂਦਾ, ਉਹ ਬਾਰ-ਬਾਰ ਉਸਦੇ ਮਨ ਦੇ ਸਾਹਮਣੇ ਆਉਂਦਾ ਹੈ। ਉਸਦੇ ਜੇ ਪਾਪ ਦੇ ਵਿੱਚ ਮਜ਼ਾ ਨਾ ਹੋਵੇ ਤਾਂ ਉਸਨੂੰ ਕੋਈ ਨਾ ਕਰੇ, ਲੇਕਿਨ ਬਹੁਤ ਥੋੜੇ ਸਮੇਂ ਦਾ ਫਨ ਹੁੰਦਾ, ਥੋੜੇ ਸਮੇਂ ਦਾ ਹੁੰਦਾ, ਲੇਕਿਨ ਜਿਹੜਾ ਉਹ ਦੁੱਖ ਲਾਉਂਦਾ ਉਹ ਸਾਰੀ ਉਮਰ ਦਾ। ਸੋ ਉਸਨੂੰ ਪਤਾ ਕਿ ਪ੍ਰਭੂ ਨੇ ਮੈਨੂੰ ਮਾਫ ਕਰ ਦਿੱਤਾ ਹੈ, ਲੇਕਿਨ ਜਿਸ ਵੇਲੇ ਇੱਕ ਵਾਰੀ ਧੱਕਾ ਲੱਗ ਜਾਂਦਾ, ਜਿਸ ਤਰ੍ਹਾਂ ਕਿ ਇੱਕ ਬੰਦੇ ਨੂੰ ਕਿਸੇ ਨੂੰ ਹਾਰਟ ਅਟੈਕ ਹੋ ਜਾਵੇ ਨਾ, ਉਹ ਬਚ ਜਾਵੇ ਤਾਂ ਉਹ ਸੇਮ ਨਹੀਂ ਰਹਿੰਦਾ, ਬਾਅਦ ਚੋਂ ਜਾਂਦਾ ਪਰ ਸੇਮ ਨਹੀਂ ਰਹਿੰਦਾ। ਇਸੇ ਤਰ੍ਹਾਂ ਪਾਪ ਜਿਹੜੀਆਂ ਉਸਦੇ ਜ਼ਬੂਰਾਂ ਦੇ ਵਿੱਚ ਦਲੇਰੀਆਂ ਸੀ ਪਹਿਲਾਂ, ਉਹ ਨਹੀਂ ਤੁਹਾਨੂੰ ਦਿਖਾਈ ਨਹੀਂ ਦੇ ਰਹੀਆਂ, ਸੁਣਾਈ ਨਹੀਂ ਦੇ ਰਹੀਆਂ। ਹੁਣ ਉਸਦੇ ਜ਼ਬੂਰ ਦੇ ਵਿੱਚ ਅਰਜ਼ੋਈਆਂ ਹੈ, ਔਰ ਉਹ ਇਸ ਸਾਰੀ ਚੀਜ਼ ਨੂੰ ਲੈ ਕੇ ਪ੍ਰਭੂ ਦੇ ਕੋਲ ਗਿਆ। ਕਿ ਪ੍ਰਭੂ, ਉਹ ਤਾਂ ਚਾਹੁੰਦੇ ਕਿ ਮੈਂ ਮਰ ਜਾਵਾਂ, ਉਹ ਤਾਂ ਚਾਹੁੰਦੇ ਇਸ ਚੀਜ਼, ਪਰ ਤੂੰ ਮੇਰੇ ਤੇ ਕਿਰਪਾ ਕਰ, ਤੂੰ ਮੈਨੂੰ ਉਠਾੜ ਕੇ ਮੁੜ ਕੇ ਖੜਾ ਕਰ, ਤੂੰ ਮੇਰੇ ਤੇ ਦਇਆ। ਲੇਕਿਨ ਉਸ ਸਮੇਂ ਦੇ ਵਿੱਚ ਇੱਕ ਅਬਸ਼ਲੋਮ ਨੇ ਆਪਣੀ ਪੂਰੀ ਤਿਆਰੀ ਕਰ ਲਈ ਸੀ। ਸੋ ਆਓ ਅਸੀਂ 13 ਤੋਂ ਲੈ ਕੇ 16 ਤੱਕ ਪੜ੍ਹੀਏ ਔਰ ਕੋਈ ਜਣਾ ਜ਼ਬੂਰ 63 ਰੈਡੀ ਰੱਖੇ। ਔਰ ਜਿਸ ਨੇ ਜ਼ਬੂਰ 63 ਪੜ੍ਹਨਾ ਹੁੰਦਾ ਪਹਿਲਾਂ ਦੱਸ ਦੇ ਕਿ ਮੈਂ ਪੜੂੰਗਾ। ਮੈਂ 13 ਪੜ੍ਹ ਦੂੰਗਾ ਤੇ ਨੀਤੂ 64 ਪੜ੍ਹ ਦੋਗੀ। ਠੀਕ ਹੈ ਜੀ। 53 ਆ। ਦਾਊਦ ਦਾ ਯਰੂਸ਼ਲਮ ਤੋਂ ਨੱਠਣਾ। ਇੱਕ ਸੰਦੇਸ਼ਵਾਹਕ ਨੇ ਆ ਕੇ ਦਾਊਦ ਨੂੰ ਦੱਸਿਆ, ਇਜ਼ਰਾਈਲੀ ਲੋਕ ਅਬਸ਼ਲੋਮ ਦੇ ਪਿੱਛੇ ਲੱਗੇ ਜਾ ਰਹੇ ਹਨ। ਇਹ ਸੁਣ ਕੇ ਦਾਊਦ ਡਰ ਗਿਆ ਤੇ ਉਸਨੇ ਆਪਣੇ ਯਰੂਸ਼ਲਮ ਵਿੱਚ ਰਹਿ ਰਹੇ ਦਰਬਾਰੀਆਂ ਨੂੰ ਕਿਹਾ, ਜੇਕਰ ਅਸੀਂ ਅਬਸ਼ਲੋਮ ਦੇ ਹੱਥੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਥੋਂ ਤੁਰੰਤ ਫਰਾਰ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਹੋ ਸਕਦਾ ਹੈ ਉਹ ਆ ਕੇ ਸਾਨੂੰ ਹਰਾ ਕੇ ਕਤਲ ਕਰ ਦੇਵੇ ਅਤੇ ਸ਼ਹਿਰ ਵਿੱਚ ਹੀ ਕਤਲੇਆਮ ਕਰੇ। ਦਰਬਾਰੀਆਂ ਨੇ ਰਾਜਾ ਦਾਊਦ ਨੂੰ ਉੱਤਰ ਦਿੱਤਾ, ਤੇਰੇ ਦਾਸ ਉਸੇ ਤਰ੍ਹਾਂ ਕਰਨ ਲਈ ਤਿਆਰ ਹਨ ਜਿਸ ਤਰ੍ਹਾਂ ਤੁਸੀਂ ਕਹੋ। ਸੋ ਰਾਜਾ ਨੇ ਆਪਣੇ ਸਾਰੇ ਟੱਬਰ ਦੇ ਲੋਕਾਂ ਅਤੇ ਦਰਬਾਰੀਆਂ ਦੇ ਨਾਲ ਯਰੂਸ਼ਲਮ ਸ਼ਹਿਰ ਨੂੰ ਛੱਡ ਦਿੱਤਾ, ਪਰ ਉਸਨੇ ਆਪਣੀਆਂ 10 ਰਖੇਲਾਂ ਨੂੰ ਪਿੱਛੇ ਮਹਿਲ ਦੀ ਦੇਖਭਾਲ ਲਈ ਛੱਡ ਦਿੱਤਾ। परमेश्वर दी तांग। हे परमेश्वर, तू ही मेरा परमेश्वर है। मैं तेरी खोज करदा हां, मैनू तेरी ही तांग है। मेरा मन सुक्की वीरान ते पानी रहत धरती वांग तेरा तिहाया है। मैं पवित्र थां ते भी तेरी खोज कीती कि तेरी शक्ति अते महिमा दे दर्शन करां। तेरा अटल प्यार जीवन तो भी चंगा है। मेरा मुंह तेरी ही वडियाई करेगा। मैं अपने जिउंदे जी तैनू ही धन कहांगा अते तेरे नां ते मैं अपने हथ अगे करांगा। जिस तरह चरबी दी धंधियाई नाल तृप्ति मिलदी है,
ਉਸੇ ਤਰ੍ਹਾਂ ਮੇਰਾ ਮਨ ਤੇਰੇ ਤੇ ਤ੍ਰਿਪਤ ਹੁੰਦਾ ਹੈ ਅਤੇ ਮੇਰਾ ਮੂੰਹ ਆਨੰਦ ਦੇ ਨਾਲ ਤੇਰੀ ਉਸਤਤ ਕਰਦਾ ਹੈ। ਮੈਂ ਆਪਣੇ ਬਿਸਤਰੇ ਤੇ ਪਿਆ ਵੀ ਤੈਨੂੰ ਯਾਦ ਕਰਦਾ ਹਾਂ ਅਤੇ ਰਾਤ ਭਰ ਤੇਰਾ ਹੀ ਧਿਆਨ ਕਰਦਾ ਹਾਂ। ਤੂੰ ਹਮੇਸ਼ਾ ਮੇਰਾ ਮਦਦਗਾਰ ਰਿਹਾ ਹੈ ਅਤੇ ਮੈਂ ਤੇਰੇ ਖੰਭਾਂ ਦੀ ਛਾਂ ਹੇਠ ਆਨੰਦ ਮਾਣਦਾ ਹਾਂ। ਮੇਰਾ ਮਨ ਤੇਰੇ ਨਾਲ ਚਿੰਬੜਿਆ ਰਹਿੰਦਾ ਹੈ ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ। ਪਰ ਜੋ ਲੋਕ ਮੇਰੀ ਜਾਨ ਦੇ ਗਾਹਕ ਬਣੇ ਬੈਠੇ ਹਨ, ਉਹ ਹੇਠ ਪਤਾਲ ਕੁੰਡ ਵਿੱਚ ਉਤਰ ਜਾਣਗੇ। ਉਹ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੰਗਲੀ ਜਾਨਵਰ ਉਹਨਾਂ ਦਾ ਮਾंस ਖਾਣਗੇ। ਪਰ ਰਾਜਾ ਪਰਮੇਸ਼ਵਰ ਤੋਂ ਆਨੰਦਿਤ ਹੋਵੇਗਾ। ਉਸ ਦੀ ਸਹੁੰ ਚੁੱਕਣ ਵਾਲਾ ਹਰ ਕੋਈ ਉਸ ਦੀ ਮਹਿਮਾ ਕਰੇਗਾ ਅਤੇ ਝੂਠ ਬੋਲਣ ਵਾਲਿਆਂ ਦੇ ਮੂੰਹ ਬੰਦ ਕੀਤੇ ਜਾਣਗੇ। ਇਹ ਜਿਸ ਵੇਲੇ ਆਪਣੇ ਲੋਕਾਂ ਨੂੰ, ਸਾਰੀਆਂ ਰਾਣੀਆਂ ਨੂੰ ਲੈ ਗਿਆ ਨਾਲ ਆਪਣੇ, ਔਰ ਆਪਣੇ ਸਾਰੇ ਪਰਿਵਾਰ ਦੇ ਬਾਕੀ ਉਹਨਾਂ ਦੇ ਬੱਚਿਆਂ ਨੂੰ ਲੈ ਗਿਆ, ਤਾਂ ਉਸਨੇ ਜਿਸਲੇ ਉਹ ਗਿਆ ਤਾਂ ਉਸ ਵੇਲੇ ਉਸਨੇ ਸਾਰੇ ਡਰੇ ਹੋ, ਔਰ ਉਸਨੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਲੋਕਾਂ ਨੂੰ ਜੋ ਉਸਦੇ ਨਾਲ ਆਏ, ਉਸਦੇ ਮੰਤਰੀ, ਉਹਨਾਂ ਦੇ ਪਰਿਵਾਰਾਂ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਦਿੱਤਾ। ਸੋ ਇੱਥੇ ਸਾਰੇ ਕਹਿਣਗੇ ਫੌਜ ਕਿੱਥੇ ਹੈ? ਫੌਜ ਬਾਰਡਰਾਂ ਦੇ ਉੱਤੇ ਹੈ। ਫੌਜ ਆਲਰੇਡੀ ਲੜਾਈਆਂ ਤੇ ਗਈ ਹੋਈ, ਔਰ ਉਸਨੇ ਬਿਲਕੁਲ ਸਹੀ ਮੌਕਾ ਚੁਣਿਆ ਕਿ ਜਿਹੜਾ 200 ਬੰਦਾ ਜਰੂਸਲਮ ਨੂੰ ਪ੍ਰੋਟੈਕਟ ਕਰਦਾ ਪਿਆ ਸੀਗਾ, ਜਿਹੜੇ ਬੰਦੇ ਪ੍ਰੋਟੈਕਟ ਜਰੂਸਲਮ ਨੂੰ ਕਰਦੇ ਪਏ ਸੀ, ਉਸਨੇ ਦੇਖਿਆ ਕਿ ਮੇਰੀ ਆਵਾਜ਼ ਦੇ ਰਲਦੇ ਮਿਲਦੇ ਬੰਦੇ ਕਿਹੜੇ, ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੂੰ, ਲੇਕਿਨ ਉਹ ਉਹਨਾਂ ਨੂੰ ਨਾਲ ਲੈ ਗਿਆ। ਹੁਣ ਉੱਥੋਂ ਉਹਨਾਂ ਨੇ ਉਹਨਾਂ ਦੀ ਫੌਜ ਬਣਾ ਕੇ ਲੈ ਕੇ ਆਉਣੀ ਹੈ। ਔਰ ਦਾਊਦ ਨਹੀਂ ਚਾਹੁੰਦਾ ਕਿ ਕਤਲੇਆਮ ਹੋਵੇ, ਕਿਉਂਕਿ ਉਸਨੂੰ ਪਤਾ ਆ ਕਿ ਜੇ ਉਹ ਫੌਜ ਜ਼ਿਆਦੀ ਆ ਗਈ, ਸਾਡੇ ਕੋਲ ਥੋੜੇ ਬੰਦੇ ਹੋਏ, ਤੇ ਇੱਥੇ ਤਾਂ ਮੋਸਟਲੀ ਬ੍ਰੇਨ ਬੈਠਾ ਆ, ਮੰਤਰੀ ਬੈਠੇ ਹੋ ਆ, ਜਿਹੜੇ ਉਹਨਾਂ ਦੇ ਬੱਚੇ ਬੈਠੇ ਹੋ ਆ, ਪਰ ਇੱਥੇ ਜਿਹੜੇ ਬ੍ਰੌਨ ਆ, ਜਿਹੜੇ ਤਕੜੇ ਬੰਦੇ ਆ, ਉਹ ਜਿਹੜੇ ਫੌਜੀ ਆ, ਜਨਰਲ ਆ, ਉਹ ਤਾਂ ਸਾਰੇ ਜੰਗ ਤੇ ਗਏ ਹੋ। ਤੇ ਜੇ ਉਸਨੇ ਕਿਲੇ ਨੂੰ ਘੇਰਾ ਪਾ ਲਿਆ, ਉਹਨਾਂ ਨੂੰ ਆਉਂਦਿਆਂ ਨੂੰ ਸਮਾਂ ਲੱਗਣਾ। ਜੇ ਉਸਨੇ ਉਨੀ ਦੇਰ ਦੇ ਵਿੱਚ ਕਤਲੇਆਮ ਕਰ ਦਿੱਤੀ, ਲੋਕਾਂ ਨੂੰ ਮਾਰ ਦਿੱਤਾ, ਬੱਚਿਆਂ ਨੂੰ ਮਾਰ ਦਿੱਤਾ, ਫਿਰ ਸੋ ਪ੍ਰਭੂ ਨੇ ਦਾਊਦ ਨੂੰ ਬੁੱਧੀ ਦਿੱਤੀ। ਇਹਨਾਂ ਭਜਨਾਂ ਦੇ ਵਿੱਚ ਦਾਊਦ ਨੇ ਜਿਹੜੀਆਂ ਚੀਜ਼ਾਂ ਕਹੀਆਂ ਨਾ ਪ੍ਰਭੂ ਦੇ ਕੋਲ, ਉਹ ਹੋਣੀਆਂ ਆ, ਉਹ ਹੋਣੀਆਂ ਆ। ਪਹਿਲੇ ਜ਼ਰੂਰ ਜਿਸਨੇ ਕਿਹਾ ਤੂੰ ਉਹਨਾਂ ਦੀ ਮੱਤ ਮਾਰ ਦੇ, ਪ੍ਰਭੂ ਨੇ ਉਹਨਾਂ ਦੀ ਮੱਤ ਮਾਰਨੀ। ਹੁਣ ਇਸ ਵੇਲੇ ਉਹ ਕਹਿ ਰਿਹਾ ਕਿ ਉਹਨਾਂ ਨੂੰ ਪਤਾਲ ਕੁੰਡ ਦੇ ਵਿੱਚ ਘੱਲਦੇ ਆ। ਬਹੁਤਾ ਇਹਨਾਂ ਨੂੰ ਹੁਣ ਖੋਲਣ ਦੀ ਜ਼ਰੂਰਤ ਨੂੰ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਪਈ, ਕਿਉਂਕਿ ਅਸੀਂ ਬਿਲਕੁਲ ਸਹੀ ਜਗ੍ਹਾ ਤੇ ਹਾਂ। ਆਪਣੇ ਆਪ ਸਮਝ ਆਉਂਦੇ ਭਾਈ, ਪਰ ਆਪਣੇ ਆਪ ਸਾਨੂੰ ਇੱਥੋਂ ਪਤਾ ਲੱਗਦਾ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਕਿੱਦਾਂ ਜਾਣਾ, ਕਿੱਦਾਂ ਨਿੱਕੀ ਨਿੱਕੀ ਗੱਲ, ਕਿੱਦਾਂ ਐਡੀ ਵੱਡੀ ਸਟ੍ਰੈਸ ਲੈ ਕੇ ਉਹ ਆਪਣੇ ਉੱਥੇ ਬੈਠਾ ਨਹੀਂ ਰਿਹਾ। ਉਸਨੇ ਇਹ ਆਪਣਾ ਦੁੱਖ ਪ੍ਰਭੂ ਦੇ ਅੱਗੇ ਖੋਲਿਆ। ਔਰ ਜਿਹੜਾ ਪ੍ਰਭੂ ਦੇ ਅੱਗੇ ਇਨਸਾਨ ਜਾਂਦਾ, ਉਸ ਦੇ ਉੱਤੇ ਚਿਹਰਾ ਚਮਕਾਉਂਦਾ ਆਪਣਾ। ਜਿਸ ਲਈ ਪ੍ਰਭੂ ਆਪਣਾ ਚਿਹਰਾ ਚਮਕਾਉਂਦਾ, ਰੋਸ਼ਨੀ ਦਿੰਦਾ, ਉੱਥੋਂ ਰਸਤਾ ਪ੍ਰਾਪਤ ਮਿਲਦਾ, ਬੁੱਧੀ ਮਿਲਦੀ ਹੈ ਕਿ ਅਸੀਂ ਕਿੱਧਰ ਨੂੰ ਜਾਣਾ, ਕਿੱਧਰ ਨੂੰ ਜਾਣਾ, ਕਿੱਥੇ ਨੂੰ ਜਾਣਾ, ਕਿਸ ਤਰ੍ਹਾਂ ਜਾਣਾ। ਅਸੀਂ ਪ੍ਰਭੂ ਦੇ ਲੋਕ ਹਾਂ। ਉਸਨੇ ਸਾਨੂੰ ਚੁਣਿਆ ਆ, ਉਸਨੇ ਸਾਨੂੰ ਵੱਖਰੇ ਕੀਤਾ ਹੈ। ਸਾਡਾ ਨਾਮ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਪ੍ਰਭੂ ਨੇ ਸਾਨੂੰ ਆਪਣੇ ਲਈ ਵੱਖਰਾ ਕਰ ਲਿਆ ਸੀ। ਅਸੀਂ ਉਹ ਸੇਮ ਪੀਪਲ ਨਹੀਂ ਜਿਹੜੇ ਦੁਨੀਆ ਦੇ ਵਿੱਚ ਰਹਿੰਦੇ ਪਏ। ਇਸ ਕਰਕੇ ਸਾਨੂੰ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਸਾਡੀ ਸੋਚ ਹੋਣੀ ਚਾਹੀਦੀ ਹੈ। ਅਸੀਂ ਕਿੱਦਾਂ ਰਿਐਕਟ ਕਰਨਾ, ਉਹ ਵੀ ਵੱਖਰੇ ਕਿਸਮ ਦਾ ਹੋਣਾ ਚਾਹੀਦਾ। ਉਹਦੇ ਵਿੱਚੋਂ ਪ੍ਰਭੂ ਦੀ ਮਹਿਕ ਆਉਣੀ ਚਾਹੀਦੀ। ਪਰ ਮਹਿਕ ਪ੍ਰਭੂ ਦੇ ਵਿੱਚ ਉਸ ਲਈ ਆਉਂਦੀ ਹੈ ਜਿਸ ਲਈ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਵਿੱਚ ਸੋਖ ਕਰਦੇ ਹਾਂ, ਜਿਸ ਲਈ ਆਪਣੇ ਆਪ ਨੂੰ ਉਸ ਵਗਦੇ ਚਸ਼ਮੇ ਦੇ ਵਿੱਚ ਅਸੀਂ ਭੇਨੇ ਹਾਂ, ਜਿਸ ਲਈ ਸਾਡਾ ਮਨ, ਸਾਡਾ ਤਨ ਪ੍ਰਭੂ ਦੇ ਵੱਲ ਨੂੰ ਲੱਗਾ ਰਹਿੰਦਾ। ਔਰ ਇਸ ਕਰਕੇ ਮੈਂ ਤੁਹਾਨੂੰ ਉਹ ਗੀਤ ਘੱਲਦਾ ਪਿਆ। ਕੋਈ ਔਖਾ ਨਹੀਂ ਇੰਗਲਿਸ਼ ਨੂੰ ਸਮਝਣਾ, ਇੰਗਲਿਸ਼ ਸਮਝ ਨਹੀਂ ਆਉਂਦੀ, ਕਿਉਂਕਿ ਅਸੀਂ ਪੜ੍ਹਦੇ ਨਹੀਂ, ਪਰ ਇਹ ਬਹੁਤ ਪਿਆਰੇ ਗੀਤ ਇਹਨਾਂ ਦਿਨਾਂ ਦੇ ਵਿੱਚ ਲਿਖੇ ਜਾ ਰਹੇ ਆ। ਸੱਚਮੁੱਚ ਪ੍ਰਭੂ ਦੇ ਵਾਪਸ ਆਉਣ ਦੀ ਇਹ ਦਸਤਕ ਆ ਕਿ ਲੋਕ ਹੁਣ ਉਹਨਾਂ ਉਸ ਤਰ੍ਹਾਂ ਨਹੀਂ ਗੀਤ ਨਹੀਂ ਲਿਖਦੇ ਜਿਹੜੇ ਜਿੱਦਾਂ ਪਹਿਲਾਂ ਲਿਖਦੇ ਹੁੰਦੇ ਸੀ। ਗੀਤ ਲਿਖੇ ਨਹੀਂ ਜਾਂਦੇ, ਜਨਮ ਲੈਂਦੇ, ਪੈਦਾ ਹੁੰਦੇ ਆ, ਦੁੱਖ ਦੇ ਵਿੱਚੋਂ ਪੈਦਾ ਹੁੰਦੇ। ਇਸ ਵੇਲੇ ਜਿਹੜਾ ਕ੍ਰਿਸਚੀਅਨ ਵਰਸ਼ਿਪ ਆ,
ਉਸਦੇ ਉੱਤੇ ਪਿਓਰਿਟੀ ਦੇ ਉੱਤੇ ਬਹੁਤ ਜ਼ਿਆਦਾ ਹੈ। ਅਗਰ ਆਇਜ਼ਿਆ ਦਾ Song ਤੁਸੀਂ ਉਹ ਦੇਖੋ, ਜਿਹੜਾ ਤੁਹਾਨੂੰ ਮੈਂ ਕੱਲਿਆ, ਇਸ ਇਹ ਸੀ, ਤੁਸੀਂ 2-3 ਵਾਰੀ ਲਿਰਿਕਸ ਲਾ ਕੇ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਗਾਓ, 3-4 ਵਾਰੀ ਗਾਓ, ਨਾ ਗਾਓ, ਪੜੋ ਨਾਲ ਚੇਤੇ ਹੋ ਜਾਂਦਾ Song, ਫਿਰ ਉਸ ਨੂੰ ਗਾਓ। And let your spirit dance with it. You know, ਫਿਰ ਆਨੰਦ ਆਉਂਦਾ, ਫਿਰ ਪਤਾ ਲੱਗਦਾ ਆਨੰਦ ਦਾ ਭਾਗ ਹੈ ਕੀ। ਫਿਰ ਅਸੀਂ ਏਦਾਂ ਜਿੱਦਾਂ ਦਾਊਦ ਕਰ, ਨਿੱਕੀ ਨਿੱਕੀ ਗੱਲ ਤੇ ਪ੍ਰਭੂ ਦੇ ਕੋਲ, ਨਿੱਕੀ ਨਿੱਕੀ ਗੱਲ ਤੇ ਪ੍ਰਭੂ ਦੇ ਕੋਲ, ਵੱਡੀ ਗੱਲ ਪ੍ਰਭੂ ਦੇ ਕੋਲ ਜਾ ਰਹੀ। ਸਟ੍ਰੈਸ ਹੁਣ ਸਿਰਫ ਇੱਕੋ ਹੀ ਆ ਕਿ ਉਸਨੇ ਪਾਪ ਕੀਤਾ, ਉਸਨੇ ਪ੍ਰਭੂ ਦਾ ਦਿਲ ਦਿਖਾਇਆ। ਇਹੋ ਹੀ, ਇਸ ਤੋਂ ਸਿਵਾਏ ਉਸਨੂੰ ਕੋਈ ਸਟ੍ਰੈਸ ਨਹੀਂ, ਕੋਈ ਨਹੀਂ ਹੋਰ। ਕਿਉਂ? ਕਿਉਂਕਿ ਆਪਣੇ ਆਪ ਨੂੰ ਪ੍ਰਭੂ ਦੇ ਵਿੱਚ ਭੇਜ ਕੇ ਰੱਖਦਾ ਪਿਆ, ਭੇਜ ਕੇ ਰੱਖਦਾ ਪਿਆ। ਇਹਨਾਂ ਚੀਜ਼ਾਂ ਦੀ ਬਹੁਤ ਬਰਕਤ ਹੈ, ਬਹੁਤ ਬਰਕਤ ਮਿਲਦੀ। ਸੋ ਆਓ ਮੈਂ ਪੜ੍ਹਨੇ ਬਸ ਜੀ। ਹਾਂਜੀ, ਹੁਣ ਅਸੀਂ 17 ਆਇਤ ਤੋਂ ਲੈ ਕੇ ਤਾਂ ਹੁਣ ਅਸੀਂ ਜਾਵਾਂਗੇ all the way 31 ਤੱਕ। ਓਕੇ, ਕੋਈ ਜਾਣਾ ਜ਼ਬੂਰ 3 ਕੱਢ ਕੇ ਰੱਖੇ। ਸੋ ਸਭ ਤੋਂ ਅੱਗੇ ਰਾਜਾ ਨਿਕਲਿਆ ਅਤੇ ਉਸ ਦੇ ਪਿੱਛੇ ਪਿੱਛੇ ਸਭ ਲੋਕ ਵੀ ਨਿਕਲੇ। ਹਾਂਜੀ 61 ਅਸੀਂ ਹਾਂਜੀ ਪ੍ਰਤੀ ਆਇਤ ਹਾਂਜੀ 17 ਇਹ 15 ਸੈਕੰਡ ਸੈਮੂਅਲ 17 ਤੋਂ ਲੈ ਕੇ 31 ਤਾਈਂ। ਹਾਂਜੀ, ਸੋ ਸਭ ਤੋਂ ਅੱਗੇ ਰਾਜਾ ਨਿਕਲਿਆ ਅਤੇ ਉਸ ਦੇ ਪਿੱਛੇ ਪਿੱਛੇ ਸਭ ਲੋਕ ਵੀ ਨਿਕਲੇ ਅਤੇ ਉਹ ਜਾ ਕੇ ਸ਼ਹਿਰ ਦੇ ਅੰਤਮ ਘਰ ਕੋਲ ਜਾ ਠਹਿਰੇ। ਤਦ ਲੋਕ ਇੱਕ ਇੱਕ ਕਰਕੇ ਦਾਊਦ ਦੇ ਅੱਗਿਓਂ ਦੀ ਜਾਣ ਲੱਗੇ ਅਤੇ ਅੰਤ ਵਿੱਚ ਉਸ ਦੇ ਸੁਰੱਖਿਆ ਦਲ ਦੇ 600 ਸਿਪਾਹੀ ਵੀ ਆਏ ਜੋ ਉਸ ਦੇ ਨਾਲ ਗੱਠ ਦੇ ਇਲਾਕੇ ਤੋਂ ਆਏ ਸਨ। ਰਾਜਾ ਨੇ ਉਹਨਾਂ 600 ਗੱਠ ਨਿਵਾਸੀਆਂ ਦੇ ਆਗੂ ਇਤਈ ਨੂੰ ਕਿਹਾ, ਤੂੰ ਸਾਡੇ ਨਾਲ ਕਿਉਂ ਆ ਰਿਹਾ ਹੈ? ਤੂੰ ਇੱਕ ਪਰਦੇਸੀ ਹੈ ਅਤੇ ਆਪਣੇ ਦੇਸ਼ ਤੋਂ ਪਹਿਲਾਂ ਹੀ ਦੂਰ ਹੈ। ਤੂੰ ਜਾ ਕੇ ਨਵੇਂ ਰਾਜਾ ਨਾਲ ਰਹਿ। ਤੂੰ ਤਾਂ ਅੱਜ ਇੱਥੇ ਕੁਝ ਹੀ ਸਮੇਂ ਤੋਂ ਰਹਿ ਰਿਹਾ ਤੂੰ ਤਾਂ ਅਜੇ ਇੱਥੇ ਕੁਝ ਹੀ ਸਮੇਂ ਤੋਂ ਰਹਿ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਤੂੰ ਸਾਡੇ ਨਾਲ ਵਿਅਰਥ ਥਾਂ ਭੌਂਦਾ ਫਿਰੇ। ਫਿਰ ਮੈਂ ਤਾਂ ਇਹ ਵੀ ਨਹੀਂ ਜਾਣਦਾ ਕਿ ਮੈਂ ਆਪ ਕਿੱਥੇ ਜਾ ਰਿਹਾ ਹਾਂ। ਇਸ ਲਈ ਤੂੰ ਆਪਣੇ ਦੇਸੀ ਭਰਾਵਾਂ ਨੂੰ ਲੈ ਕੇ ਵਾਪਸ ਚਲਾ ਜਾ। ਪ੍ਰਭੂ ਤੇਰੇ ਉੱਤੇ ਆਪਣੀ ਦਇਆ ਅਤੇ ਰਹਿਮ ਕਰੇ। ਪਰ ਇਤਈ ਨੇ ਉੱਤਰ ਦਿੱਤਾ, ਮਹਾਰਾਜ, ਜਿਉਂਦੇ ਪ੍ਰਭੂ ਦੀ ਸਹੁੰ, ਜਿੱਥੇ ਕਿਤੇ ਤੁਸੀਂ ਜਾਵੋਗੇ ਮੈਂ ਤੁਹਾਡੇ ਨਾਲ ਹੀ ਜਾਵਾਂਗਾ। ਮੈਂ ਮਰਨ ਤੱਕ ਤੁਹਾਡਾ ਸਾਥ ਦੇਵਾਂਗਾ। ਦਾਊਦ ਨੇ ਉੱਤਰ ਦਿੱਤਾ, ਠੀਕ ਹੈ, ਫਿਰ ਚੱਲ ਅੱਗੇ ਵਧ। ਸੋ ਇਤਈ ਆਪਣੇ ਆਦਮੀਆਂ ਅਤੇ ਉਹਨਾਂ ਦੇ ਟੱਬਰਾਂ ਸਮੇਤ ਅੱਗੇ ਵਧਿਆ। ਜਦੋਂ ਰਾਜਾ ਦਾਊਦ ਅਤੇ ਉਸ ਦੇ ਸੰਗੀ ਅੱਗੇ ਵਧੇ ਤਾਂ ਸਭ ਲੋਕ ਕੁੱਬਾਂ ਮਾਰ ਕੇ ਰੋਣ ਲੱਗੇ। ਤਦ ਰਾਜਾ ਅਤੇ ਉਸ ਦੇ ਨਾਲ 2 ਲੋਕ ਕਿਦਰੋਨ ਦਰਿਆ ਨੂੰ ਪਾਰ ਕਰਕੇ ਅੱਗੇ ਉਜਾੜ ਨੂੰ ਜਾਂਦੇ ਰਾਹੇ ਪੈ ਗਏ। ਪੁਰੋਹਿਤ ਸਦੋਕ ਅਤੇ ਉਸ ਦੇ ਨਾਲ ਬਾਕੀ ਦੇ ਲੇਵੀ ਲੋਕ ਵੀ ਪਰਮੇਸ਼ਰ ਦੇ ਨੇਮ ਦਾ ਸੰਦੂਕ ਚੁੱਕੀ ਉੱਥੋਂ ਤੱਕ ਆਏ ਅਤੇ ਉਹਨਾਂ ਨੇ ਨੇਮ ਦਾ ਸੰਦੂਕ ਉੱਥੇ ਰੱਖ ਦਿੱਤਾ ਅਤੇ ਉਸ ਸਮੇਂ ਤੱਕ ਨਾ ਚੁੱਕਿਆ ਜਦੋਂ ਤੱਕ ਸਭ ਲੋਕ ਸ਼ਹਿਰ ਵੱਲੋਂ ਅੱਗੇ ਨਾ ਲੰਘ ਗਏ। ਪੁਰੋਹਿਤ ਅਬਿਆਥਾਰ ਵੀ ਉੱਥੇ ਸੀ। ਤਦ ਰਾਜਾ ਦਾਊਦ ਨੇ ਪੁਰੋਹਿਤ ਸਦੋਕ ਨੂੰ ਕਿਹਾ, ਤੁਸੀਂ ਨੇਮ ਦਾ ਪਵਿੱਤਰ ਸੰਦੂਕ ਵਾਪਸ ਸ਼ਹਿਰ ਵਿੱਚ ਲੈ ਜਾਵੋ, ਕਿਉਂਕਿ ਜੇਕਰ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋਈ ਤਾਂ ਮੈਂ ਫਿਰ ਵਾਪਸ ਆਵਾਂਗਾ ਤੇ ਇਸ ਦੇ ਦਰਸ਼ਨ ਕਰਾਂਗਾ ਤੇ ਉਸ ਥਾਂ ਦੇ ਵੀ ਜਿੱਥੇ ਇਹ ਰਹਿੰਦਾ ਹੈ। ਪਰ ਜੇਕਰ ਪ੍ਰਭੂ ਨੇ ਨਾ ਚਾਹਿਆ ਤਾਂ ਜਿਸ ਤਰ੍ਹਾਂ ਉਹ ਮੇਰੇ ਨਾਲ ਕਰਨਾ ਚਾਹੇ ਕਰੀ। ਤਦ ਰਾਜਾ ਨੇ ਪੁਰੋਹਿਤ ਸਦੋਕ ਨੂੰ ਅੱਗੇ ਕਿਹਾ, ਤੂੰ ਸਭ ਕੁਝ ਜਾਣਦਾ ਹੈ, ਇਸ ਲਈ ਤੂੰ ਆਪਣੇ ਪੁੱਤਰ ਅਹੀਮਸ ਅਤੇ ਅਬਿਆਥਾਰ ਦੇ ਪੁੱਤਰ ਜੋਨਾਥਾਨ ਨੂੰ ਲੈ ਕੇ ਵਾਪਸ ਸ਼ਹਿਰ ਵਿੱਚ ਜਾ। ਮੈਂ ਦਰਿਆ ਦੇ ਮੋੜ ਕੋਲ ਉਜਾੜ ਵਿੱਚ ਉਸ ਸਮੇਂ ਤੱਕ ਠਹਿਰਾਂਗਾ ਜਦੋਂ ਤੱਕ ਮੇਰੇ ਕੋਲ ਤੇਰਾ ਕੋਈ ਸੰਦੇਸ਼ ਨਾ ਆਵੇ। ਸੋ ਦੋਵੇਂ ਪੁਰੋਹਿਤ ਸਦੋਕ ਅਤੇ ਅਬਿਆਥਾਰ ਪਰਮੇਸ਼ਰ ਦੇ ਨੇਮ ਦੇ ਸੰਦੂਕ ਨੂੰ ਵਾਪਸ ਯਰੂਸ਼ਲਮ ਵਿੱਚ ਲੈ ਆਏ ਤੇ ਉਹ ਉੱਥੇ ਹੀ ਰਹੇ। ਆਮੀਨ ਆਮੀਨ। ਸੋ ਪ੍ਰਭੂ ਜਿਸ ਨੇ ਦਾਊਦ ਦੀ ਰਾਖੀ ਕਰਨੀ ਆ, ਉਸ ਦੀ ਹਜ਼ੂਰੀ ਉੱਥੇ ਵਾਪਸ ਪਹੁੰਚ ਗਈ। ਸੋ ਇਹ
ਅਸੀਂ ਦੇਖਦੇ ਪਏ ਹਾਂ ਕਿ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਦਾਊਦ ਦੇ ਨਾਲ ਬਾਹਰ ਨਿਕਲੇ, ਕਿਹੜੇ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਦਾਊਦ ਦਾ ਇੱਥੇ ਸਾਥ ਦਿੱਤਾ। ਸੋ ਜ਼ਬੂਰ 61 है पढ़ दे मतलब ਹਾਂਜੀ ਹਾਂਜੀ हे परमेश्वर मेरी पुकार सुन, तू मेरी प्रार्थना ते ध्यान दे। ਜਦੋਂ ਮੇਰਾ ਦਿਲ ਡੋਲਣ ਲੱਗੇ ਤਾਂ ਮੈਂ ਧਰਤੀ ਦੀਆਂ ਅੰਤਮ ਸੀਮਾ ਤੋਂ ਵੀ ਤੈਨੂੰ ਪੁਕਾਰਾਂਗਾ। ਤੂੰ ਮੈਨੂੰ ਸੁਰੱਖਿਅਤ ਸਥਾਨ ਤੇ ਲੈ ਚੱਲ, ਕਿਉਂਕਿ ਤੂੰ ਹੀ ਮੇਰੀ ਸ਼ਰਨ ਦੀ ਥਾਂ ਹੈ ਅਤੇ ਮੇਰੇ ਬੈਰੀ ਦੇ ਸਾਹਮਣੇ ਮੇਰਾ ਬਲ ਹੈ। ਮੈਂ ਹਮੇਸ਼ਾ ਤੱਕ ਤੇਰੇ ਡੇਰੇ ਵਿੱਚ ਰਹਾਂਗਾ, ਮੈਂ ਤੇਰੇ ਖੰਭਾਂ ਦੀ ਛਾਂ ਹੇਠ ਸ਼ਰਨ ਲਵਾਂਗਾ। हे ਪਰਮੇਸ਼ਵਰ, ਤੂੰ ਮੇਰੀਆਂ ਮੰਨਤਾਂ ਕਬੂਲ ਕੀਤੀਆਂ ਹਨ। ਤੂੰ ਆਪਣੇ ਨਾਂ ਦੇ ਡਰਨ ਵਾਲਿਆਂ ਵਾਲਾ ਵਿਰਸਾ ਮੈਨੂੰ ਦਿੱਤਾ ਹੈ। ਤੂੰ ਰਾਜਾ ਦੀ ਉਮਰ ਲੰਬੀ ਕਰ, ਤੂੰ ਉਸ ਨੂੰ ਕਈ ਪੀੜ੍ਹੀਆਂ ਜਿਉਂਦਿਆਂ ਰੱਖ। ਉਹ ਤੇਰੇ ਸਾਹਮਣੇ ਹਮੇਸ਼ਾ ਤੱਕ ਸਿੰਘਾਸਨ ਤੇ ਬੈਠੇ। ਤੂੰ ਉਸ ਦੀ ਰੱਖਿਆ ਆਪਣੀ ਦਇਆ ਤੇ ਸੱਤ ਨਾਲ ਕਰ। ਮੈਂ ਤੇਰੇ ਨਾਂ ਦੀ ਮਹਿਮਾ ਹਮੇਸ਼ਾ ਤੱਕ ਗਾਵਾਂਗਾ ਅਤੇ ਹਰ ਰੋਜ਼ ਮੈਂ ਆਪਣੀਆਂ ਮੰਨਤਾਂ ਤੇਰੇ ਸਾਹਮਣੇ ਪੂਰੀਆਂ ਕਰਾਂਗਾ। ਆਮੀਨ। ਸੋ ਦਾਊਦ ਨੇ ਇਹ ਜਿਹੜੇ ਸਾਰੇ ਭਜਨ ਉਹ ਗਾ ਰਿਹਾ, ਉਸ ਦੇ ਨਾਲ ਜਿਹੜੇ ਉਸ ਦੇ ਨਾਲ ਲੋਕ ਗਏ ਆ, ਉਹਨਾਂ ਦੇ ਮੋਰਲ ਜਿਹੜਾ ਆ ਉਹ ਅਪ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਆ ਕਿ ਪ੍ਰਭੂ ਦੀ ਹਜ਼ੂਰੀ ਸਾਡੇ ਨਾਲ, ਪ੍ਰਭੂ ਦੀ ਹਜ਼ੂਰੀ ਸਾਡੇ ਨਾਲ। ਔਰ ਦਾਊਦ ਜਿਹੜੀ ਚੀਜ਼ ਉਹਨਾਂ ਨੂੰ ਦੱਸਣ ਦੀ ਇੱਥੇ ਕੋਸ਼ਿਸ਼ ਕਰ ਰਿਹਾ ਕਿ ਜਿੰਨੀ ਮਰਜ਼ੀ ਅਸੀਂ ਵੱਡੀ ਮੁਸੀਬਤ ਦੇ ਵਿੱਚ ਆ, ਔਰ ਇੱਥੇ ਜਿਹੜੇ ਸਾਡੇ ਭੈਣ ਭਰਾ ਉਸ ਯਾਤਰਾ ਦੇ ਵਿੱਚ ਦੀ ਲੰਘਦੇ ਹੀ ਪਏ ਆ, ਔਰ ਉਸ ਯਾਤਰਾ ਦੇ ਵਿੱਚ ਦੀ ਜਿਹੜੇ ਗੁਜ਼ਰ ਰਹੇ ਆ, ਉਹਨਾਂ ਨੂੰ ਇੱਥੋਂ ਇਹ ਚੀਜ਼ ਸਿੱਖਣੀ ਚਾਹੀਦੀ ਆ ਪ੍ਰਭੂ ਦੇ ਵਚਨ ਦੇ ਵਿੱਚੋਂ ਕਿ ਜਿਸਲੇ ਅਸੀਂ ਇਸ ਸਮੇਂ ਦੇ ਵਿੱਚ ਦੀ ਲੰਘਦੇ ਆ ਤੇ ਕਿੱਦਾਂ ਲੰਘਿਆ ਜਾਂਦਾ, ਕਿੱਦਾਂ ਲੰਘਿਆ ਜਾਂਦਾ, ਕਿਸ ਤਰ੍ਹਾਂ ਤੁਸੀਂ ਉਸ ਦੀ ਸਟ੍ਰੈਸ ਲੈ ਕੇ, ਤੁਸੀਂ ਸਟ੍ਰੈਸ ਦੇ ਨਾਲ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ, ਪਰ ਜੇ ਅਸੀਂ ਉਹੀ ਭਾਰ ਪ੍ਰਭੂ ਦੇ ਉੱਤੇ ਪਾ ਦਿੰਦੇ ਆ ਤਾਂ ਫਿਰ ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਵਚਨ ਦੇ ਵਿੱਚ ਕਿਹਾ ਕਿ ਮੇਰਾ ਜੋੜਾ ਲਾਓ, ਇਹ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੇਰਾ ਜੋੜਾ ਆਪਣੇ ਉੱਤੇ ਲਾਓ, ਮੇਰਾ ਭਾਰ ਹਲਕਾ ਤੇ ਮੇਰਾ ਜੋੜਾ ਸੌਖਾ, ਔਰ ਤੁਹਾਡੀਆਂ ਜਾਨਾਂ ਆਰਾਮ ਪਾਉਣਗੀਆਂ। ਜਿਸ ਵੇਲੇ ਹੁਣ ਦਾਊਦ ਪ੍ਰਭੂ ਦੇ ਕੋਲ ਜਾ ਰਿਹਾ, ਪਿਛਲੇ ਜ਼ਬੂਰ ਦੇ ਵਿੱਚ ਉਸਨੇ ਆਪਣਾ ਦਿਲ ਉਸ ਪ੍ਰਭੂ ਦੇ ਅੱਗੇ ਰੋਇਆ, ਲੇਕਿਨ ਇਸ ਜ਼ਬੂਰ ਦੇ ਵਿੱਚ ਉਸਨੇ ਉਸਦੀ ਸ਼ੁਕਰਗੁਜ਼ਾਰੀ ਕੀਤੀ। ਕਿਉਂ? ਕਿਉਂਕਿ ਉਸਦਾ ਬੋਝ ਹਲਕਾ ਹੋਇਆ ਹੈ, ਬੋਝ ਹਲਕਾ ਹੋਇਆ ਹੈ। ਇਹਨਾਂ ਜ਼ਬੂਰਾਂ ਦੇ ਵਿੱਚ ਇਹ ਚੀਜ਼ ਦੇਖਣ ਦੀ ਕੋਸ਼ਿਸ਼ ਕਰੋ, ਔਰ ਖਾਸ ਕਰਕੇ ਜਿਹੜੇ ਭੈਣ ਭਰਾ ਗੁਜ਼ਰ ਰਹੇ, ਮੈਂ ਉਹਨਾਂ ਨੂੰ ਕਹੂੰਗਾ ਕਿ ਜਿਸ ਲਈ ਆਪਣਾ ਅੱਜ ਦਾ ਇਹ ਖਤਮ ਹੋ ਜਾਂਦਾ, ਕੋਸ਼ਿਸ਼ ਕਰਿਓ ਕਿ ਤੁਸੀਂ ਦੂਸਰੀ ਵਾਰੀ ਇਸ ਨੂੰ ਦੇਖੋ, ਔਰ ਦੂਸਰੀ ਵਾਰੀ ਇਹਦੇ ਵਿੱਚ ਦੀ ਗੁਜ਼ਰੋ, ਤੁਹਾਨੂੰ ਬਹੁਤ ਮਦਦ ਮਿਲੇਗੀ, ਬੜੀ ਮਦਦ ਮਿਲੇਗੀ। ਉਸ ਦੇ ਨਾਲ ਸਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰਹਿਣਾ ਆ ਜਾਂਦਾ। You see, that's what God wants. That's what God wants. ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਬੈਲ ਬॉय ਬਣਾ ਲਿਆ ਹੈ। ਜਿੱਦਾਂ ਘੰਟੀ ਵਜਾਈ ਦੀ ਤੇ ਬੈਰੀ ਨੂੰ ਸੱਦੀ ਨਾ, ਏਦਾਂ ਬਣਾ ਲਿਆ ਹੈ। He is the Lord. He is almighty. ਉਸ ਸਿੰਘਾਸਨ ਦੇ ਵਿੱਚ ਬੈਠਾ ਜਿੱਥੋਂ ਸਾਰਿਆਂ ਸਿੰਘਾਸਨਾਂ ਨੂੰ ਕਿਰਪਾ ਮਿਲਦੀ ਆ। ਉਹ ਆਪਣੀ ਕਿਰਪਾ ਔਰ ਆਪਣਾ ਮੀਂਹ ਉਹਨਾਂ ਤੇ ਵੀ ਬਰਾਉਂਦਾ ਜਿਹੜੇ ਉਸ ਨੂੰ ਨਹੀਂ ਜਾਣਦੇ, ਜਿਹੜੇ ਸਵੇਰੇ ਉੱਠ ਕੇ ਉਸਦੇ ਨਾਮ ਨੂੰ ਗਾਲ ਕੱਢਦੇ ਆ। ਦਿਆਲੂ, ਕਿਰਪਾਲੂ, ਇੰਤਜ਼ਾਰ ਕਰਨ ਵਾਲਾ ਪ੍ਰਭੂ ਪਰਮੇਸ਼ਵਰ। ਅਸੀਂ ਗਲਤ ਤਰੀਕੇ ਦੇ ਨਾਲ ਦੁਆਵਾਂ ਦੇ ਵਿੱਚ ਪੈ ਕੇ ਆਪਣਾ ਇੱਕ ਪੈਟਰਨ ਬਣਾ ਲਿਆ ਹੈ। ਇਸ ਕਰਕੇ ਅਸੀਂ ਉੱਥੇ ਹੀ ਸਟਕ ਹੋ ਗਏ। ਔਰ ਸਾਡੀਆਂ ਜਿਹੜੀਆਂ ਦੁਆਵਾਂ, ਤੁਹਾਨੂੰ ਪਤਾ ਇੰਡੀਆ ਦੇ ਵਿੱਚ ਉਹ ਲਾਟੂ ਜਿਹਨੂੰ ਬੰਨ ਕੇ, ਰੱਸੀ ਬੰਨ ਕੇ ਸੁੱਟਦੇ ਹੁੰਦੇ ਸੀ, ਤਾਂ ਘੁੰਮਦਾ ਹੁੰਦਾ ਸੀ।
ਤਾਂ ਉਹੀ ਸਾਨੂੰ ਸਾਡੀਆਂ ਦੁਆਵਾਂ ਕਿ ਖੇਲਣ ਨੂੰ ਲਾਟੂ ਦੇ, ਜਗਾਉਣ ਨੂੰ ਲਾਟੂ ਦੇ, ਲਾਟੂ ਵਰਗਾ ਪ੍ਰਾਹੁਣਾ ਦੇ ਦੇ। ਅੱਛਾ, ਫਿਰ ਅਸੀਂ ਕਹਿ ਦਿੰਦੇ ਕਿ ਮਿਲਦਾ ਨਹੀਂ ਪਿਆ। ਪਰ ਸਾਡੇ ਵਿੱਚ ਮੇਰੇ ਵਰਗੇ ਹੋਰ ਵੀ ਹੁੰਦੇ, ਕਹਿੰਦੇ ਚਲੋ ਉੱਥੇ ਫਲਾਣੇ ਥਾਂ ਹੱਥ ਰਖਾ ਕੇ ਆਉਣੇ ਤੇ ਪਾਦਰੀ ਸਾਹਿਬ ਆਲਰੇਡੀ ਬੜੇ ਦੁਖੀ ਹੁੰਦੇ ਕਿਉਂਕਿ ਉਹ ਹੱਥ ਰੱਖਦੇ ਆ, ਕਈਆਂ ਨੇ ਤਾਂ ਹੁਣ ਫੀਸ ਰੱਖੀ ਹੋ, ਤੇ ਉੱਥੋਂ ਅਸੀਂ ਹੱਥ ਰਖਾ ਕੇ ਆਉਨੇ ਆ। ਤੇ ਫਿਰ ਪ੍ਰਭੂ ਨੂੰ ਕਹਿੰਦੇ ਹੁਣ ਖੇਲਣ ਨੂੰ ਲਾਟੂ ਲੈਣਾ ਹੀ ਲੈਣਾ, ਜਗਾਉਣ ਨੂੰ ਵੀ ਲਾਟੂ ਲੈਣਾ ਹੀ ਲੈਣਾ, ਤੇ ਲਾਟੂ ਵਰਗਾ ਪ੍ਰਾਹੁਣਾ ਹੁਣ ਲੈਣਾ ਹੀ ਲੈਣਾ। ਪਤਾ ਨਹੀਂ ਉੱਥੋਂ ਕਿਹੜੀ ਆਤਮਾ ਲੈ ਕੇ ਆਉਂਦੇ, ਉਹ ਮਿਲ ਜਾਂਦਾ। ਫਿਰ ਲਾਟੂ ਸਾਨੂੰ ਘੁਮਾਉਂਦਾ, ਉਹ ਫਿਰ ਲਾਟੂ ਉਹਨਾਂ ਰਸਤਿਆਂ ਦੇ ਵਿੱਚ ਰੋਸ਼ਨੀ ਲੈ ਕੇ ਜਾਂਦਾ ਜਿੱਥੇ ਸਾਨੂੰ ਨਹੀਂ ਜਾਣਾ ਚਾਹੀਦਾ। ਤੇ ਫਿਰ ਉਹ ਲਾਟੂ ਵਰਗਾ ਜਿਹੜਾ ਪ੍ਰਾਹੁਣਾ ਆ ਉਹ ਆਪਣੇ ਹੱਥ ਦਿਖਾਉਂਦਾ। ਜਿਸ ਅਸੀਂ ਪ੍ਰਭੂ को जाने, ਉਹ ਕਹਿੰਦਾ ਮੈਂ ਤਾਂ ਨਹੀਂ ਤੈਨੂੰ ਦਿੱਤਾ, ਤੈਨੂੰ ਕਿਸੇ ਦੂਸਰੇ ਨੇ ਦਿੱਤਾ ਹੈ, ਜਿਸਨੇ ਮੈਨੂੰ ਕਿਹਾ ਸੀ ਕਿ ਮੇਰੇ ਮੂਹਰੇ ਝੁਕ ਜਾ। ਸੰਤ ਪੌਲ ਨੇ ਕਿਹਾ ਸੀ ਇੱਕ ਦੂਜਾ ਮਸੀਹ ਵੀ ਹੈ, ਦੂਜਾ ਮਸੀਹ ਵੀ ਹੈਗਾ। ਇਹ ਜਿਹੜੇ ਡਰਾਮੇ ਹੁੰਦੇ ਪਏ ਨਾ ਚਰਚਾਂ ਦੇ ਵਿੱਚ, ਕਰਦੇ ਆ ਐਂ ਕਰਕੇ ਹੱਥ ਫੇਰਿਆ ਤੇ ਇਧਰਲੀ ਲੈਣ ਡਿੱਗ ਪਈ, ਐਂ ਕਰਕੇ ਹੱਥ ਫੇਰਿਆ ਤੇ ਉਧਰਲੀ ਲੈਣ ਡਿੱਗ ਪਈ, ਇਹ ਦੂਜਾ ਮਸੀਹ ਆ। It's not God. It's not God. ਪ੍ਰਭੂ ਦੀ ਜਿਸਲੇ ਬੰਦਾ ਹਜ਼ੂਰੀ ਦੇ ਵਿੱਚ ਉੱਠ ਕੇ ਆਉਂਦਾ, ਉਸਦੇ ਵਿੱਚ ਤਾਂ ਨਮਰਤਾ, ਖੁਸ਼ੀ, ਚੈਨ, ਆਰਾਮ, ਸ਼ਾਂਤੀ, ਜਿਹੜੀਆਂ ਚੀਜ਼ਾਂ ਪ੍ਰਭੂ ਨੇ ਕਹੀਆਂ ਉਹ ਲੈ ਕੇ ਆਉਂਦਾ। ਹਾਲਾਤ ਚਾਹੇ ਬਦਲੇ ਨਾ ਬਦਲੇ, ਪਰ ਹਾਲਤ ਬਦਲੀ ਹੁੰਦੀ। That's the Lord. ਸੋ ਦਾਊਦ ਜਿਸ ਵੇਲੇ ਪ੍ਰਭੂ ਦੇ ਕੋਲ ਜਾਂਦਾ, ਹਾਲਾਤ ਨਹੀਂ ਬਦਲਿਆ, ਪਰ ਉਹਦੀ ਹਾਲਤ ਬਦਲੀ। ਉਹਦੀ ਹਾਲਤ ਬਦਲੀ। ਆਓ ਅੱਗੇ ਲਿਖੀਏ। ਸੋ 30 ਤੇ 31 ਦੋ ਆਇਤਾਂ, ਔਰ ਉਸ ਤੋਂ ਬਾਅਦ ਅਸੀਂ 2 ਜ਼ਬੂਰ ਪੜਾਂਗੇ, ਇੱਕ ਜ਼ਬੂਰ ਲੰਬਾ, ਇੱਕ ਜ਼ਬੂਰ ਛੋਟਾ, ਔਰ ਜ਼ਬੂਰ 3 ਔਰ ਜ਼ਬੂਰ 22। ਸੋ ਦਾਊਦ ਜੈਤੂਨ ਪਹਾੜ ਦੀ ਚੜਾਈ ਰੋਂਦਾ ਹੋਇਆ ਸਿਰ ਢਕੇ ਅਤੇ ਨੰਗੇ ਪੈਰੀ ਚੜਦਾ ਗਿਆ। ਉਸਦੇ ਪਿੱਛੇ ਆਉਣ ਵਾਲੇ ਵੀ ਸਭ ਸਿਰ ਢਕੇ ਹੋਏ ਰੋਂਦੇ ਹੋਏ ਉਸਦੇ ਪਿੱਛੇ ਗਏ। ਜਦੋਂ ਕਿਸੇ ਨੇ ਦਾਊਦ ਨੂੰ ਦੱਸਿਆ ਕਿ ਤੇਰਾ ਮੰਤਰੀ ਅਹੀਯੋਫਲ ਵੀ ਵਿਦਰੋਹੀਆਂ ਵਿੱਚ ਮਿਲ ਗਿਆ ਹੈ ਅਤੇ ਉਹ ਅਬਸ਼ਲੋਮ ਦੇ ਨਾਲ ਹੈ, ਤਾਂ ਦਾਊਦ ਨੇ ਇਹ ਪ੍ਰਾਰਥਨਾ ਕੀਤੀ, ਪ੍ਰਭੂ ਤੂੰ ਅਹੀਯੋਫਲ ਦੀ ਸਲਾਹ ਮੂਰਖਤਾ ਵਾਲੀ ਕਰ ਦੇ। ਮੂਰਖਤਾ ਵਾਲੀ ਕਰ ਦੇ। ਸਿਮਤ ਨੂੰ ਦੱਸਿਆ ਸੀ ਨਾ ਕਿ ਵਿੱਚੋਂ ਕੋਈ ਹੈਗਾ ਆ, ਅੰਦਰੋਂ ਵੀ ਕੋਈ ਖੋਰ ਵੀ ਕੰਮ ਕਰਦਾ ਪਿਆ ਸੀ। ਕੱਲੀ ਇਹ ਅਬਸ਼ਲੋਮ ਦੀ ਬੁੱਧੀ ਨਹੀਂ ਸੀ ਜਿਹੜੀ ਕੰਮ ਕਰਦੀ ਪਈ ਸੀ। ਹੁਣ ਸਾਨੂੰ ਪਤਾ ਲੱਗਾ ਕੌਣ ਸੀਗਾ ਉਹ ਸਲਾਹ ਕੌਣ ਦਿੰਦਾ ਪਿਆ ਸੀ। ਉਹ ਜਿਹੜਾ ਅਬਸ਼ਲੋਮ ਨੂੰ ਉਸਨੇ ਸ਼ੁਰੂ ਕੀਤਾ, ਗੇਟ ਦੇ ਮੂਹਰੇ ਖੜਾ ਹੋ ਜਾ, ਹਰੇਕ ਦਾ ਦਿਲ ਜਿੱਤ, ਜੱਫੀ ਵਿੱਚ ਲੈ, ਚੋਮ ਉਹਨਾਂ ਨੂੰ, ਰਾਈਟ, ਜੇ ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਕਰੀ ਜਾ, ਤੇ ਉਹਨਾਂ ਨੂੰ ਜਾ ਕੇ ਦੱਸ ਕੇ ਆਪਣੇ ਕਬੀਲੇ ਦੇ ਵਿੱਚ ਦੱਸੋ, ਜਾ ਕੇ ਫਿਕਰ ਨਹੀਂ ਕਰਨਾ, ਰਾਜਾ ਜੀ ਮਦਦ ਨਹੀਂ ਕਰਦਾ, ਡੋਂਟ ਵਰੀ ਅਬਾਊਟ, ਫਿਕਰ ਨਹੀਂ ਕਰਨਾ, ਮੈਂ ਹੈਗਾ, ਮੇਤੋਂ ਪਹਿਲਾਂ ਮੇਤੋਂ ਆਓ, ਜੇ ਮੇਤੋਂ ਨਾ ਹੋਇਆ ਫਿਰ ਆਪਾਂ ਰਾਜਾ ਕੋ ਜਾਣਾ। ग्राउंड वर्क करने वाला कौन सीगा? जिसमें ये सीगा जबूर 3 और जबूर 22 पढ़ दनी है। मदद ਲਈ ਪੁਕਾਰ, हे ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? ਮਦਦ ਦੇ ਲਈ ਮੇਰੀ ਪੁਕਾਰ ਤੇਰੇ ਤੋਂ ਕਿਉਂ ਦੂਰ ਹੈ?
हे ਮੇਰੇ ਪਰਮੇਸ਼ਵਰ, ਮੈਂ ਦਿਨ ਦੇ ਵੇਲੇ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ। ਮੈਨੂੰ ਤਾਂ ਰਾਤ ਨੂੰ ਚੈਨ ਨਹੀਂ, ਪਰ ਤੂੰ ਫਿਰ ਵੀ ਪਵਿੱਤਰ ਹੈ। ਇਜ਼ਰਾਈਲ ਦੀ ਸਮੇਂ-ਸਮੇਂ ਕੀਤੀ ਮਹਿਮਾ ਤੇਰੇ ਤੱਕ ਪਹੁੰਚਦੀ ਹੈ। ਸਾਡੇ ਪੁਰਖਿਆਂ ਨੇ ਤੇਰੇ ਤੇ ਭਰੋਸਾ ਰੱਖਿਆ। ਹਾਂ, ਉਹਨਾਂ ਨੇ ਭਰੋਸਾ ਕੀਤਾ ਤੇ ਤੂੰ ਉਹਨਾਂ ਨੂੰ ਬਚਾਇਆ। ਉਹਨਾਂ ਤੈਨੂੰ ਪੁਕਾਰਿਆ ਤੇ ਉਹ ਬਚ ਗਏ। ਉਹਨਾਂ ਤੇਰੇ ਤੇ ਭਰੋਸਾ ਕੀਤਾ ਤੇ ਉਹ ਨਿਰਾਸ਼ ਨਾ ਹੋਏ। ਪਰ ਮੈਂ ਕੀੜਾ ਹਾਂ, ਮਨੁੱਖ ਨਹੀਂ। ਹਰ ਕਿਸੇ ਨੇ ਮੈਨੂੰ ਠੱਠੇ ਕੀਤੇ ਹਨ ਅਤੇ ਸਭ ਲੋਕਾਂ ਕੋਲੋਂ ਮੈਨੂੰ ਅਪਮਾਨ ਮਿਲਿਆ ਹੈ। ਹਰ ਕੋਈ ਦੇਖਣ ਵਾਲਾ ਮੈਨੂੰ ਮਖੌਲ ਕਰਦਾ ਹੈ। ਉਹ ਮੇਰਾ ਮੂੰਹ ਚੜਾਉਂਦੇ ਅਤੇ ਮੇਰੇ ਤੇ ਸਿਰ ਮਾਰਦੇ ਹਨ। ਉਹ ਕਹਿੰਦੇ ਹਨ, ਇਸਨੇ ਆਪਣਾ ਭਰੋਸਾ ਪ੍ਰਭੂ ਤੇ ਰੱਖਿਆ ਹੈ, ਹੁਣ ਉਹ ਇਸ ਨੂੰ ਬਚਾਵੇ। ਜੇਕਰ ਉਹ ਇਸ ਤੋਂ ਪ੍ਰਸੰਨ ਹੈ ਤਾਂ ਇਸ ਨੂੰ ਸੰਭਾਲੇ। ਤੂੰ ਹੀ ਮੈਨੂੰ ਮੇਰੀ ਮਾਂ ਦੇ ਗਰਭ ਵਿੱਚੋਂ ਬਾਹਰ ਕੱਢਿਆ। ਤੂੰ ਹੀ ਮੈਨੂੰ ਮੇਰੀ ਮਾਂ ਦੇ ਦੁੱਧ ਤੇ ਮੇਰਾ ਭਰੋਸਾ ਕਰਵਾਇਆ। ਜਨਮ ਤੋਂ ਹੀ ਮੇਰਾ ਤੇਰੇ ਤੇ ਭਰੋਸਾ ਹੈ। ਮਾਂ ਦੇ ਗਰਭ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ। ਤੂੰ ਮੇਰੇ ਤੋਂ ਦੂਰ ਨਾ ਰਹਿ। ਦੁੱਖ ਬਹੁਤ ਹੀ ਨੇੜੇ ਹੈ ਅਤੇ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਹੈ। ਬਹੁਤ ਸਾਰੇ ਵੈਰੀਆਂ ਨੇ ਸਾਨਾਂ ਦੀ ਤਰ੍ਹਾਂ ਮੈਨੂੰ ਘੇਰ ਰੱਖਿਆ ਹੈ। ਉਹ ਸਭ ਬਾਸ਼ਾਨ ਪ੍ਰਦੇਸ਼ ਦੇ ਖਤਰਨਾਕ ਸਾਨਾਂ ਦੀ ਤਰ੍ਹਾਂ ਹਨ। ਉਹ ਭੁੱਖੇ ਤੇ ਗਰਜਦੇ ਸ਼ੇਰ ਦੀ ਤਰ੍ਹਾਂ ਮੇਰੇ ਵੱਲ ਮੂੰਹ ਖੋਲੀ ਖੜੇ ਹਨ। ਮੈਂ ਪਾਣੀ ਦੇ ਵਾਂਗ ਡੋਲਿਆ ਗਿਆ ਹਾਂ। ਮੇਰੀਆਂ ਸਭ ਹੱਡੀਆਂ ਦੇ ਜੋੜ ਹਿੱਲ ਗਏ ਹਨ। ਮੇਰਾ ਦਿਲ ਮੋਮ ਦੀ ਤਰ੍ਹਾਂ ਹੋ ਗਿਆ ਹੈ। ਉਹ ਉਸ ਦੀ ਤਰ੍ਹਾਂ ਅੰਦਰ ਹੀ ਅੰਦਰ ਪਿਘਲ ਗਿਆ ਹੈ। ਮੇਰੀ ਸ਼ਕਤੀ ਸੁੱਕੇ ਠੀਕਰ ਦੇ ਵਾਂਗ ਹੋ ਗਈ ਹੈ। ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ। ਤੂੰ ਮੈਨੂੰ ਮੁਰਦਾ ਹਾਲਤ ਵਿੱਚ ਮਿੱਟੀ ਵਿੱਚ ਰੱਖ ਛੱਡਿਆ ਹੈ। ਬੁਰੇ ਕੰਮ ਕਰਨ ਵਾਲਿਆਂ ਨੇ ਮੈਨੂੰ ਚਾਰਾਂ ਪਾਸਿਆਂ ਤੋਂ ਘੇਰ ਰੱਖਿਆ ਹੈ। ਉਹ ਕੁੱਤਿਆਂ ਵਾਂਗ ਮੇਰੇ ਪਿੱਛੇ ਪਏ ਹਨ। ਉਹ ਸ਼ੇਰ ਵਾਂਗ ਮੇਰੇ ਹੱਥ ਪੈਰ ਪਾੜ ਰਹੇ ਹਨ। ਮੇਰੀਆਂ ਸਭ ਹੱਡੀਆਂ ਗਿਣੀਆਂ ਜਾ ਸਕਦੀਆਂ ਹਨ। ਉਹ ਕੂਰ ਕੇ ਮੈਨੂੰ ਦੇਖ ਰਹੇ ਹਨ। ਉਹਨਾਂ ਨੇ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਹਨ ਅਤੇ ਮੇਰੇ ਚੋਗੇ ਉੱਤੇ ਗੁਣੇ ਪਾਏ ਹਨ। ਪਰ ਤੂੰ, ਹੇ ਪ੍ਰਭੂ ਮੇਰੇ ਬਲ, ਮੇਰੇ ਤੋਂ ਦੂਰ ਨਾ ਰਹਿ। ਤੂੰ ਮੇਰੀ ਮਦਦ ਕਰਨ ਵਿੱਚ ਦੇਰ ਨਾ ਕਰ। ਮੇਰੀ ਜਾਨ ਨੂੰ ਤਲਵਾਰ ਤੋਂ ਬਚਾ। ਮੇਰੇ ਜੀਵਨ ਦੀ ਖਤਰਿਆਂ ਤੋਂ ਰੱਖਿਆ ਕਰ। ਮੈਨੂੰ ਤੂੰ ਸ਼ੇਰ ਦੇ ਮੂੰਹ ਤੋਂ ਅਤੇ ਮੇਰੀ ਦੁਖੀ ਜਾਨ ਨੂੰ ਸਾਂਭ ਦੇ ਸਿੰਘਾਂ ਤੋਂ ਬਚਾ। ਮੈਂ ਆਪਣੇ ਲੋਕਾਂ ਨੂੰ ਤੇਰੇ ਨਾਂ ਬਾਰੇ ਦੱਸਾਂਗਾ। ਮੈਂ ਤੇਰੇ ਨਾਂ ਦੀ ਸੰਗਤਾਂ ਵਿੱਚ ਵਡਿਆਈ ਕਰਾਂਗਾ। ਹੇ ਪ੍ਰਭੂ ਤੋਂ ਡਰਨ ਵਾਲਿਓ, ਉਸ ਦੀ ਵਡਿਆਈ ਕਰੋ। ਹੇ ਇਜ਼ਰਾਈਲ ਦੇ ਲੋਕੋ, ਉਸ ਦਾ ਡਰ ਮੰਨੋ। ਉਸਨੇ ਦੁਖੀਏ ਦਾ ਮਾਣ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਘਿਰਣਾ ਕੀਤੀ ਹੈ। ਭਰੀ ਸੰਗਤ ਵਿੱਚ ਮੇਰੀ ਵਡਿਆਈ ਦਾ ਸੋਮਾ ਤੂੰ ਹੀ ਹੈ। ਮੈਂ ਤੇਰੇ ਤੋਂ ਡਰਨ ਵਾਲਿਆਂ ਦੇ ਸਾਹਮਣੇ ਆਪਣੀਆਂ ਸੁਖਨਾਵਾਂ ਪੂਰੀਆਂ ਕਰਾਂਗਾ। ਦੁਖੀ ਭੋਜਨ ਖਾ ਕੇ ਤ੍ਰਿਪਤ ਹੋ ਜਾਣਗੇ। ਉਸ ਦੇ ਖੋਜੀ ਉਸ ਦੀ ਮਹਿਮਾ ਕਰਨਗੇ। ਉਹਨਾਂ ਦੇ ਦਿਲ ਹਮੇਸ਼ਾ ਨਰੋਏ ਰਹਿਣਗੇ। ਸਾਰੀ ਧਰਤੀ ਉਸ ਨੂੰ ਯਾਦ ਰੱਖੇ ਅਤੇ ਪ੍ਰਭੂ ਵੱਲ ਮੁੜੇ। ਸਭ ਕੌਮਾਂ ਦੇ ਲੋਕ ਉਸ ਦੀ ਉਪਾਸਨਾ ਕਰਨ। ਰਾਜ ਪ੍ਰਭੂ ਦਾ ਹੀ ਹੈ। ਉਹ ਸਭ ਕੌਮਾਂ ਦਾ ਰਾਜਾ ਹੈ। ਧਰਤੀ ਦੇ ਸਭ ਘਮੰਡੀ ਲੋਕ ਉਸ ਦੇ ਸਾਹਮਣੇ ਝੁਕਣਗੇ ਅਤੇ ਸਭ ਮਰ ਕੇ ਮਿੱਟੀ ਵਿੱਚ ਮਿਲਣ ਵਾਲੇ ਉਸ ਦੇ ਸਾਹਮਣੇ ਗੋਡੇ ਟੇਕਣਗੇ। ਅੱਗੇ ਆਉਣ ਵਾਲੇ ਲੋਕ ਉਸ ਦੀ ਸੇਵਾ ਕਰਨਗੇ। ਲੋਕ ਪ੍ਰਭੂ ਦੇ ਬਾਰੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੱਸਣਗੇ। ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਗੇ, ਪ੍ਰਭੂ ਨੇ ਉਹਨਾਂ ਨੂੰ ਬਚਾਇਆ ਹੈ। ਸੋ ਇੱਕ ਹੋਪ ਜਿਹੜੀ ਉਹ ਆਪਣੇ ਲੋਕਾਂ ਦੇ ਵਿੱਚ ਪੂਰੀ ਜਿਹੜੀ ਜਗਾ ਰਿਹਾ, ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਵੱਲ ਆ ਰਿਹਾ। ਸਭ ਰੋਂਦੇ ਪਏ, ਸਭ ਰੋਂਦੇ ਪਏ। ਰਾਜਾ ਨੇ ਪੈਰੀਂ ਜੁੱਤੀ ਵੀ ਨਹੀਂ ਪਾਈ। ਔਰ ਇਹ ਇੱਕ ਨਮਰਤਾ ਦੀ ਨਿਸ਼ਾਨੀ ਹੈ। ਔਰ ਉਸਨੂੰ ਇੰਨੀ ਚੀਜ਼ ਦਾ ਪਤਾ ਕਿ ਰਾਜਾ ਨੇ ਹਮਲਾ ਕਰਨ ਦੇ ਲਈ ਨਹੀਂ ਸੋਚਿਆ ਹੈ, ਬਲਕਿ ਉਸਨੇ ਆਪਣੇ ਆਪ ਨੂੰ ਪ੍ਰਭੂ ਦੀ ਰਾਖੀ ਦੇ ਵਿੱਚ ਦਿੱਤਾ ਹੈ। ਇਸ ਦਾ ਕਿੰਨਾ ਅਸਰ ਹੋਏਗਾ ਉਹਨਾਂ ਦੇ ਉੱਤੇ, ਆਪਣੇ ਰਾਜੇ ਨੂੰ ਇਹ ਕਰਦਿਆਂ ਦੇਖ ਕਿੱਦਾਂ ਉਹਨਾਂ ਦੇ ਜਿਹੜੇ ਦਿਲ ਆ ਉਹ ਪ੍ਰਭੂ ਦੇ ਵੱਲ ਜਾਣ ਕੇ। ਔਰ ਉੱਥੇ ਭਜਨ ਬੰਦਗੀ ਹੋ ਰਹੀ ਹੈ। ਔਰ ਦਾਊਦ ਉੱਥੇ ਨਵੇਂ ਤੋਂ ਨਵਾਂ ਭਜਨ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆ ਰਿਹਾ। ਉਸਦੀ ਆਤਮਾ ਗਾ ਰਹੀ ਹੈ। ਉਸਦੀ ਆਤਮਾ ਪ੍ਰਭੂ ਦੇ ਅੱਗੇ ਸਭ ਕੁਝ ਖੋਲ ਕੇ ਮੋਰੇ ਰੱਖਦੀ ਪਈ। ਲੇਕਿਨ ਉਮੀਦ ਜਿਹੜੀ ਆ ਉਸਦੀ ਪ੍ਰਭੂ ਦੇ ਉੱਤੇ ਬਣੀ ਹੋ ਕਿ ਰਾਸਤਬਾਜ਼ੀ ਦੇ ਨਾਲ, ਕਿ ਮੈਂ ਸਿਵਲ ਵਾਰ ਨਹੀਂ ਕਰਨੀ ਮੰਗਦਾ ਕਿ ਮੇਰੇ ਆਪਣੇ ਲੋਕ ਆਪਣੇ ਲੋਕਾਂ ਨੂੰ ਮਾਰਨ। ਮੈਂ ਉੱਥੋਂ ਦੀ ਲੰਘਣਾ ਨਹੀਂ ਮੰਗਦਾ,
पर प्रभु तू इसका कुछ ना कुछ जरूर करेगा, क्योंकि मेरी उम्मीद तेरे च, तेरी उम्मीद तेरे च। जबूर 3 मैं पढ़ती हूँ। जी। ਮੇਰੇ ਬਹੁਤ ਵੈਰੀ ਹੋ ਗਏ ਹਨ, ਮੇਰੇ ਵਿਰੁੱਧ ਬਹੁਤਿਆਂ ਨੇ ਵਿਦਰੋਹ ਕੀਤਾ ਹੈ। ਬਹੁਤ ਸਾਰੇ ਹਨ ਜੋ ਇਸ ਤਰ੍ਹਾਂ ਕਹਿੰਦੇ ਹਨ, ਪਰਮੇਸ਼ਵਰ ਉਸ ਦਾ ਬਚਾਅ ਨਹੀਂ ਕਰੇਗਾ। ਇਹ ਪ੍ਰਭੂ ਤੂੰ ਤਾਂ ਮੇਰੇ ਚਾਰੇ ਪਾਸੇ ਢਾਲ ਹੈ, ਤੂੰ ਮੇਰਾ ਮਾਣ ਹੈ, ਤੂੰ ਮੇਰੇ ਸਿਰ ਦਾ ਉੱਚਾ ਕਰਨ ਵਾਲਾ ਹੈ। ਮੈਂ ਉੱਚੀ ਆਵਾਜ਼ ਨਾਲ ਤੈਨੂੰ ਪੁਕਾਰਦਾ ਹਾਂ, ਤੂੰ ਮੈਨੂੰ ਆਪਣੇ ਪਵਿੱਤਰ ਪਹਾੜ ਤੋਂ ਉੱਤਰ ਦਿੰਦਾ ਹੈ। ਮੈਂ ਸੌ ਗਿਆ ਪਰ ਫੇਰ ਜਾਗ ਉੱਠਿਆ, ਕਿਉਂਕਿ ਪ੍ਰਭੂ ਮੈਨੂੰ ਸੰਭਾਲਦਾ ਹੈ। ਮੈਂ ਹਜ਼ਾਰਾਂ ਬੈਰੀਆਂ ਤੋਂ ਵੀ ਨਹੀਂ ਡਰਦਾ, ਉਹਨਾਂ ਨੇ ਮੈਨੂੰ ਚਾਰਾਂ ਪਾਸਿਆਂ ਤੋਂ ਘੇਰ ਰੱਖਿਆ ਹੈ। ਹੇ ਪ੍ਰਭੂ ਉੱਠ, ਮੇਰੇ ਪਰਮੇਸ਼ਵਰ ਮੇਰਾ ਬਚਾਅ ਕਰ। ਤੂੰ ਮੇਰੇ ਸਭ ਬੈਰੀਆਂ ਦੇ ਜਬੜਿਆਂ ਤੇ ਮਾਰਿਆ ਹੈ, ਤੂੰ ਦੁਸ਼ਟਾਂ ਦੇ ਦੰਦ ਤੋੜ ਦਿੱਤੇ ਹਨ। ਬਚਾਓ ਕੇਵਲ ਪ੍ਰਭੂ ਤੋਂ ਹੀ ਹੈ। ਹੇ ਪ੍ਰਭੂ ਤੂੰ ਆਪਣੇ ਲੋਕਾਂ ਨੂੰ ਅਸੀਸ ਦੇ। ਸੋ ਦੈਟ ਇਜ਼ ਇਹਦੇ ਵਿੱਚ ਭਵਿੱਖ ਬਾਣੀ ਆ। ਇਸ ਜ਼ਬੂਰ ਦੇ ਵਿੱਚ ਅਗਰ ਤੁਸੀਂ 7ਵੀਂ ਔਰ 8ਵੀਂ ਆਇਤ ਦੇਖੋ ਤਾਂ ਉਹ ਪ੍ਰੋਫੈਸੀ ਆ। ਸੋ ਪ੍ਰਭੂ ਨੇ ਜਿਹੜਾ ਉਸ ਨੂੰ ਇੱਕ ਭਜਨ ਵੀ ਦਿੱਤਾ, ਲੇਕਿਨ ਅਸੀਂ ਦੇਖਿਆ ਅਗੇਨ ਅਸੀਂ ਉਹ ਰੂਟੀਨ ਦੇਖਦੇ ਪਏ। ਦਾਊਦ ਦੀ ਰੋ ਕੇ ਪਿੱਟਦੇ ਜਾਂਦੇ ਪਏ ਆ, ਔਰ ਉੱਥੇ ਜਾ ਕੇ ਜਿਸ ਵੇਲੇ ਉਹ ਬੈਠਾ ਤੇ ਉਸਨੇ ਆਪਣਾ ਦੁੱਖ ਪ੍ਰਭੂ ਦੇ ਅੱਗੇ ਰੋਇਆ, ਆਪਣਾ ਭਾਰ ਪ੍ਰਭੂ ਨੂੰ ਦੇ ਦਿੱਤਾ। ਔਰ ਜਿਸ ਵੇਲੇ ਪ੍ਰਭੂ ਦਾ ਰਹਿਮ ਦੇ ਨਾਲ ਮੁੜ ਕੇ ਫੇਰ ਉੱਠਿਆ ਤਾਂ ਦੇਖੋ ਪ੍ਰਭੂ ਨੇ ਉਸ ਨੂੰ ਦੱਸ ਦਿੱਤਾ ਕਿ ਮੈਂ ਕੀ ਕਰਨ ਜਾ ਰਿਹਾ, ਮੈਂ ਕੀ ਕਰਨ ਜਾ ਰਿਹਾ, ਮੈਂ ਤੇਰੀ ਢਾਲ, ਮੈਂ ਤੇਰਾ ਬਚਨ ਹਾਂ, ਤੂੰ ਫਿਕਰ ਨਾ ਕਰ। ਸੋ ਇਹ ਜ਼ਬੂਰ ਮੋਸਟਲੀ ਅਸੀਂ ਪ੍ਰੋਫੈਸੀ ਦੇ ਵਿੱਚ ਰੱਖ ਸਕਦੇ ਹਾਂ, ਕਿ ਜੋ ਪ੍ਰਭੂ ਨੂੰ ਕਰਨ ਜਾ ਰਿਹਾ ਉਸ ਦੇ ਲਈ ਇਸ ਜ਼ਬੂਰ ਦੇ ਵਿੱਚ ਉਹ ਜਵਾਬ ਪ੍ਰਭੂ ਨੇ ਦੇ ਦਿੱਤਾ। ਇਹ ਜਵਾਬ ਪ੍ਰਭੂ ਨੇ, ਔਰ ਦੇਖੋ ਕਿਸ ਤਰ੍ਹਾਂ ਆਪਣੇ ਲੋਕਾਂ ਦਾ ਹੌਸਲਾ ਬਣਾ ਰਿਹਾ। ਕਿਉਂਕਿ ਅਸੀਂ ਜਿਸਲੇ ਸਿਰਫ ਉਹ ਕਹਾਣੀ ਪੜ੍ਹਦੇ ਹਾਂ, ਦਾਊਦ ਦੌੜ ਗਿਆ, ਦਾਊਦ ਰੋਂਦਾ ਸੀ, ਦਾਊਦ ਨੇ ਆਹ ਕੀਤਾ, ਦਾਊਦ ਦੇ ਲੋਕ ਰੋਂਦੇ ਪਏ ਸੀ, ਜਾਂਦੇ ਪਏ ਸੀ, ਅਸੀਂ ਸਿਰਫ ਉਹੀ ਹੀ ਪੜ੍ਹਦੇ ਹਾਂ ਚੀਜ਼ਾਂ। ਪਰ ਜਿਸਲੇ ਅਸੀਂ ਇਸ ਤਰੀਕੇ ਦੇ ਨਾਲ ਪ੍ਰਭੂ ਦਾ ਵਚਨ ਦੇਖਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਨਾ, ਇਸ ਬਿਗਰ ਦੈਨ ਦੈਟ, ਇਸ ਬਿਗਰ ਦੈਨ ਦੈਟ। ਦਾਊਦ ਕੋਈ ਡਰਪੋਕ ਨਹੀਂ ਸੀਗਾ, ਦਾਊਦ ਨੂੰ ਸਿਰਫ ਤੇ ਸਿਰਫ ਪਰਮੇਸ਼ਰ ਦਾ ਡਰ ਸੀ, ਪਰਮੇਸ਼ਰ ਦਾ ਡਰ ਸੀ, ਔਰ ਪਾਪ ਦੁਆਰਾ ਕਰਨ ਤੋਂ ਡਰਦਾ ਸੀ ਕਿ ਮੇਰੇ ਤੋਂ ਨਾ ਪਾਪ ਹੋਏ ਔਰ ਮੇਰੇ ਹੱਥੋਂ ਕੋਈ ਐਸੀ ਚੀਜ਼ ਨਾ ਹੋਏ ਜਿਸ ਤੋਂ ਪ੍ਰਭੂ ਮੁੜ ਕੇ, ਮੇਰੇ ਪ੍ਰਭੂ ਦਾ ਦਿਲ ਮੁੜ ਕੇ ਮੇਰੇ ਤੋਂ ਟੁੱਟੇ। ਆਮੇਨ। ਸੋ ਆਓ ਹੁਣ ਅਸੀਂ ਇਸ ਚੈਪਟਰ ਨੂੰ ਖਤਮ ਕਰੀਏ। ਜਦੋਂ ਦਾਊਦ ਪਹਾੜੀ ਦੀ ਚੋਟੀ ਉੱਤੇ ਉਪਾਸਨਾ ਵਾਲੀ ਥਾਂ ਤੇ ਪਹੁੰਚਿਆ ਤਾਂ ਉਸ ਦਾ ਜਿਗਰੀ ਮਿੱਤਰ ਹੁਸ਼ਈ ਅਰਕੀ ਆਪਣੇ ਕੱਪੜੇ ਪਾੜੀ ਸੋਗੀ ਹਾਲਤ ਵਿੱਚ ਉਸ ਕੋਲ ਉਸ ਨੂੰ ਮਿਲਣ ਲਈ ਆਇਆ। ਦਾਊਦ ਨੇ ਉਸ ਨੂੰ ਕਿਹਾ, ਜੇਕਰ ਤੂੰ ਮੇਰੇ ਨਾਲ ਆਵੇਂਗਾ ਤਾਂ ਤੂੰ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਹੈ, ਪਰ ਤੂੰ ਮੇਰੀ ਮਦਦ ਕਰ ਸਕਦਾ ਹੈ ਜੇਕਰ ਤੂੰ ਜਰੂਸਲਮ ਵਿੱਚ ਵਾਪਸ ਚਲਾ ਜਾਵੇਂ। ਉੱਥੇ ਜਾ ਕੇ ਤੂੰ ਅਬਸ਼ਲੋਮ ਨੂੰ ਆਖੀ ਕਿ ਜਿਸ ਤਰ੍ਹਾਂ ਮੈਂ ਤੇਰੇ ਪਿਤਾ ਦੀ ਵਫਾਦਾਰੀ ਨਾਲ ਸੇਵਾ ਕੀਤੀ ਹੈ, ਉਸੇ ਤਰ੍ਹਾਂ ਹੁਣ ਮੈਂ ਤੇਰੀ ਸੇਵਾ ਵਿੱਚ ਰਹਿਣਾ ਚਾਹੁੰਦਾ ਹਾਂ। ਫਿਰ ਤੂੰ ਉੱਥੇ ਰਹਿ ਕੇ ਜਿੱਥੋਂ ਤੱਕ ਹੋ ਸਕੇ ਅਹੀਤੋਫਲ ਦੀ ਸਲਾਹ ਦਾ ਮੇਰੀ ਖਾਤਰ ਵਿਦਰੋਹ ਕਰਦਾ ਰਹੀ। ਸਦੋਕ ਅਤੇ ਅਬਿਆਥਾਰ ਦੋਵੇਂ ਪ੍ਰੋਹਤ ਵੀ ਉੱਥੇ ਹੀ ਹਨ, ਅਤੇ ਜੋ ਕੁਝ ਤੈਨੂੰ ਰਾਜਾ ਦੇ ਦਰਬਾਰ ਵਿੱਚੋਂ ਪਤਾ ਲੱਗੇ ਤੂੰ ਉਹਨਾਂ ਨੂੰ ਦੱਸਦਾ ਰਹੀ। ਉਹਨਾਂ ਦੇ ਦੋ ਪੁੱਤਰ ਅਹੀਮਾਸ ਸਦੋਕ ਦਾ ਅਤੇ ਜੋਨਾਥਨ ਅਬਿਆਥਾਰ ਦਾ, ਤੂੰ ਉਹਨਾਂ ਦੇ ਰਾਹੀਂ ਸਭ ਖਬਰਾਂ ਮੇਰੇ ਕੋਲ ਘੱਲ ਸਕਦਾ ਹੈ। ਸੋ ਦਾਊਦ ਦਾ ਮਿੱਤਰ ਹੁਸ਼ਈ ਉਸੇ ਵੇਲੇ ਸ਼ਹਿਰ ਵਿੱਚ ਆਇਆ ਜਦੋਂ ਅਬਸ਼ਲੋਮ ਉੱਥੇ ਪਹੁੰਚ ਰਿਹਾ ਸੀ। ਆਮੀਨ। ਸੋ ਦਾਊਦ ਨੇ ਵੀ ਜਿਸ ਤਰ੍ਹਾਂ ਕਿ ਆਪਣੀਆਂ ਪਹਿਲਾਂ ਉਸਨੇ ਨਬੀ ਉੱਥੇ ਅਪਰੋਧ ਘੱਲੇ ਹੋਆ, ਪ੍ਰਭੂ ਦੀ ਆਰਟ ਨੂੰ ਵਾਪਸ ਕਰ ਦਿੱਤਾ ਹੈਗਾ। ਸੋ there is a good setup there, ਜਿਹੜੇ ਲੋਕ ਦਾਊਦ ਦੀ ਗੱਲ ਸੁਣਦੇ ਪਏ ਆ, ਜਿਹੜੇ ਉਸ ਨੂੰ ਪਿਆਰ ਕਰਦੇ ਕਿਉਂਕਿ ਉਹ ਪ੍ਰਭੂ ਨੂੰ ਪਿਆਰ ਕਰਦੇ।
ਉਹ ਪ੍ਰਭੂ ਨੂੰ ਪਿਆਰ ਕਰਦਾ। ਦਾਊਦ ਨੇ ਸਾਊਲ ਦੇ ਕਿਸੇ ਵੀ ਚੀਜ਼ ਦੇ ਉੱਤੇ ਉਨੀ ਦੇਰ ਤੱਕ ਕਬਜ਼ਾ ਨਹੀਂ ਕੀਤਾ ਜਿੰਨੀ ਦੇਰ ਤੱਕ ਸਾਊਲ ਮਰ ਨਹੀਂ ਗਿਆ। ਔਰ ਅਬਸ਼ਲੋਮ ਨੇ ਜਿਹੜੀ ਬੇਵਕੂਫੀ ਕੀਤੀ, ਰਾਜਾ ਅਬਸ਼ਲੋਮ ਨਹੀਂ ਮਰਨਾ ਸੀ, ਉਹਨੇ ਜਿਹੜੀ ਬੇਵਕੂਫੀ ਕੀਤੀ ਹੈ ਉਸ ਦੀ ਸਜ਼ਾ ਹੁਣ ਪ੍ਰਭੂ ਨੇ ਉਹਨੂੰ ਦੇਣੀ ਹੈ। ਲੇਕਿਨ ਜੋ ਇੱਥੇ ਹੁੰਦਾ ਪਿਆ ਹੁਣ ਇਸ ਵੇਲੇ, ਉੱਥੇ ਦਾਊਦ ਨੇ ਆਪਣਾ ਸਾਰੀ ਸੈਟਅਪ ਕਰ ਦਿੱਤੀ। ਉਸਨੂੰ ਪਤਾ ਲੱਗ ਰਿਹਾ ਕਿ ਕੀ ਚੱਲਦਾ ਪਿਆ, ਕੀ ਉੱਥੇ ਗੱਲਬਾਤ ਹੁੰਦੀ ਪਈ। ਕੋਈ ਜੰਗ ਤਾਂ ਚੱਲਦੀ ਨਹੀਂ ਪਈ, ਲੇਕਿਨ ਕਿਸ ਤਰ੍ਹਾਂ ਸਾਰਾ ਉੱਥੇ ਦਾ ਮਾਹੌਲ, ਕੀ ਸਲਾਹਾਂ ਕੀਤੀਆਂ ਜਾ ਰਹੀਆਂ, ਕਿੱਦਾਂ ਹੋ ਰਿਹਾ। ਦਾਊਦ ਦੇ ਕੋਲ ਬਹੁਤ ਸਾਰੇ ਆਦਮੀ ਆ, ਉਹਨਾਂ ਨੇ ਹੁਣ ਉਸਦੀ ਵੀ ਪ੍ਰੋਟੈਕਸ਼ਨ ਕਰਨੀ। ਦਾਊਦ ਇਕੱਲਾ ਥੋੜਾ ਦੌੜਾ ਹੈ, ਉਹਨਾਂ ਦੀ ਵੀ ਪ੍ਰੋਟੈਕਸ਼ਨ ਕਰਨੀ। ਸੋ ਪ੍ਰਭੂ ਉਸਨੂੰ ਬੁੱਧ ਦੇ ਰਿਹਾ, ਤੂੰ ਕਿਸ ਤਰ੍ਹਾਂ ਕਰ। ਸੋ ਉਸਨੇ ਹਸ਼ਈ ਨੂੰ ਵਾਪਸ ਘੱਲ ਦਿੱਤਾ। ਉਸਨੂੰ ਦੱਸ ਦਿੱਤਾ ਕਿ ਉੱਥੇ ਲੋਕ ਹੈਗੇ ਆ, ਉੱਥੇ ਤੂੰ ਮੰਤਰੀ ਆ, ਇਹ ਤੂੰ ਉੱਥੇ, ਉਹਨੇ ਤੈਨੂੰ ਮੰਤਰੀ ਰੱਖ ਲੈਣਾ, ਕਿਉਂਕਿ ਜਿਸ ਵੇਲੇ ਉਹ ਜਿਹੜਾ ਹੈ ਉਸਨੂੰ ਕੋਈ ਸਲਾਹ ਦੇ, ਤੂੰ ਉਸਨੂੰ ਉਸਦੀ ਸਲਾਹ ਦਾ ਇਹ ਦੱਸਣਾ ਕਿ ਨਹੀਂ ਇਹ ਠੀਕ ਨਹੀਂ, ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਆਖਰੀ ਡਿਸੀਜਨ ਤਾਂ ਅਬਸ਼ਲੋਮ ਦਾ ਹੀ ਹੋਣਾ ਸੀ ਨਾ। ਸੋ ਵਾਪਸ ਚਲਾ ਗਿਆ। ਕੱਲ ਨੂੰ ਅਸੀਂ 14 ਔਰ 53 ਜ਼ਬੂਰ ਦੇ ਨਾਲ ਸ਼ੁਰੂ ਕਰਾਂਗੇ ਔਰ ਫਿਰ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ। ਸੀ ਬੜਾ ਵੰਡਰਫੁਲ ਬੜਾ, ਕਿੱਦਾਂ ਪ੍ਰਭੂ ਬੰਦੇ ਦੇ ਨਾਲ ਨਾਲ ਚੱਲਦਾ, ਉਚਾਈਆਂ ਵਿੱਚ ਵੀ ਨਾਲ ਨਾਲ ਚੱਲਦਾ। ਸਿਰਫ ਇੱਕ ਸਮੇਂ ਪ੍ਰਭੂ ਸਾਡੇ ਤੋਂ ਫਿਰ ਦੂਰ ਹੁੰਦਾ, ਜਿਸ ਲਈ ਅਸੀਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ, ਸਿੱਧੀ ਹੁੰਦੇ ਆ। ਉਸੇ ਪ੍ਰਭੂ ਸਟੈਪ ਬੈਕ ਲੈਂਦਾ ਕਿ ਅੱਛਾ ਕਰ ਤੂੰ ਆਪੇ ਕਰਕੇ ਦੇਖ ਲਾ, ਕਰਕੇ ਦੇਖ ਲਾ, ਆਪਣੀ ਯੋਜਨਾ ਨਾ ਕਰਕੇ ਦੇਖ ਲਾ। ਜਿਹੜੇ ਪ੍ਰਭੂ ਦੇ ਉੱਤੇ ਭਰੋਸਾ, ਉਹਦੇ ਹੱਥਾਂ ਦੇ ਉੱਤੇ ਸਾਰਾ ਪਾ ਦਿੰਦੇ ਆ, ਉਹਨਾਂ ਦੀ ਯੋਜਨਾ ਪ੍ਰਭੂ ਆਪ ਹੁੰਦਾ। ਮੇਰੇ ਪਿਆਰੇ ਪ੍ਰਭੂ, ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੇ ਇਸ ਪਵਿੱਤਰ ਵਚਨ ਦੇ ਲਈ ਜੋ ਤੂੰ ਸਾਨੂੰ ਬਖਸ਼ਿਆ। ਤੇਰੀ ਦਇਆ ਔਰ ਤੇਰੇ ਰਹਿਮ ਦੇ ਨਾਲ ਖੁਦਾਵੰਦ ਸਾਨੂੰ ਇਹ ਮਿਲਿਆ। ਪ੍ਰਭੂ ਜੀ 100 ਤੋਂ 80% ਤਾਂ ਜ਼ਿੰਦਗੀ ਤੇਰੀ ਮੁਕਤੀ ਦੀ ਖੁਸ਼ੀ ਦੇ ਲਈ ਤੂੰ ਇੱਥੇ ਦਿੱਤੇ ਆ, ਬਾਕੀ ਤਾਂ ਉੱਪਰਲੀਆਂ ਚੀਜ਼ਾਂ। ਮੁਕਤੀ ਦਾ ਆਨੰਦ, ਇਸ ਲਈ ਅਸੀਂ ਆਪਣੇ ਫਿਕਰਾਂ ਨੂੰ ਪ੍ਰਭੂ ਜੀ ਤੇਰੇ ਹੱਥਾਂ ਦੇ ਵਿੱਚ ਦੇ ਕੇ ਮੁੜਦੇ ਹਾਂ ਔਰ ਉਹ ਮੁਕਤੀ ਦਾ ਆਨੰਦ ਲੈ ਕੇ ਆਉਂਦੇ। ਜਿਸ ਲਈ ਆਪਣੀਆਂ ਖੁਸ਼ੀਆਂ ਨੂੰ ਪ੍ਰਭੂ ਜੀ ਤੇਰੀ ਸ਼ੁਕਰਗੁਜ਼ਾਰੀਆਂ ਦੇ ਭਜਨਾਂ ਦੇ ਵਿੱਚ ਦਿੰਦੇ ਹਾਂ, ਤੇ ਅਸੀਂ ਤੇਰੀ ਮੁਕਤੀ ਦੇ ਆਨੰਦ ਨੂੰ ਵਧਾਉਂਦੇ ਹਾਂ। ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜਦੋਂ ਪ੍ਰਭੂ ਜੀ ਅਸੀਂ ਤੇਰੇ ਤੋਂ ਸਲਾਹ ਲੈਂਦੇ ਹਾਂ, ਤੇ ਤੂੰ ਉਸ ਮੁਕਤੀ ਦੇ ਵਿੱਚੋਂ ਉਹ ਸਲਾਹ ਦੇਣਾ ਜਿਸ ਤੋਂ ਸ਼ਾਂਤੀ, ਆਰਾਮ, ਪਿਆਰ, ਨਵਾਂਪਨ ਐਸਾ। ਅਸੀਂ ਜੋ ਆਦਤਾਂ ਆਪਣੇ ਆਪ ਨੂੰ ਪਾ ਲਈਆਂ ਪ੍ਰਭੂ ਜੀ, ਸਾਨੂੰ ਉਸ ਤੋਂ ਛੁਟਕਾਰਾ ਦੇ ਔਰ ਅਸੀਂ ਤੇਰੇ ਵਿੱਚ ਅੱਗੇ ਵਧੀਏ। ਔਰ ਪ੍ਰਭੂ ਜੀ ਆਪਣੀ ਆਤਮਾ ਨੂੰ ਦੁਲਹਨ ਦੀ ਤਰ੍ਹਾਂ ਤਿਆਰ ਕਰੀਏ, ਆਪਣੇ ਦੀਵਿਆਂ ਦੇ ਵਿੱਚ ਤੇਲ ਵਧਾਈਏ। ਮੇਰੇ ਪਿਆਰੇ ਪ੍ਰਭੂ, ਤੂੰ ਆਪਣੇ ਬੱਚਿਆਂ ਦੇ ਨਾਲ ਬਣਿਆ ਰਹਿ, ਹਰ ਜ਼ਰੂਰਤ ਨੂੰ ਤੂੰ ਜਾਣਦਾ। ਖੁਦਾਵੰਦ ਤੂੰ ਕਿਰਪਾ ਕਰ, ਦਇਆ ਕਰ। ਪਿਆਰੇ ਪ੍ਰਭੂ, ਸਾਨੂੰ ਸਰੀਰਕ ਤੌਰ ਤੇ, ਆਤਮਿਕ ਤੌਰ ਤੇ ਔਰ ਪ੍ਰਭੂ ਜੀ ਮਾਨਸਿਕ ਤੌਰ ਤੇ ਸੰਭਾਲ। ਪਿਆਰੇ ਬਾਪ,
ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਬਣਾ ਕੇ ਰੱਖ, ਬੇਟੇ ਦੇ ਸਾਥ ਔਰ ਆਤਮਾ ਦੀ ਭਰਪੂਰੀ ਦੇ ਵਿੱਚ ਪ੍ਰਭੂ ਜੀ ਸਾਡੀ ਜ਼ਿੰਦਗੀ ਤੇਰੇ ਵਿੱਚ ਵਧੇ। ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਹੈ। ਕੱਲ ਨੂੰ ਸੇਮ ਟਾਈਮ ਮਿਲਾਂਗੇ। ਜਿਹੜਾ ਮੈਂ ਤੁਹਾਨੂੰ ਸੌਂਗ ਕੱਲਿਆ ਉਸ ਨੂੰ ਸੁਣਿਓ, ਬਾਰ-ਬਾਰ ਸੁਣਿਓ, ਜਿੰਨੀ ਦੇਰ ਤੱਕ ਰੂਹ ਆਪਣੇ ਆਪ ਗਾਉਣ ਨਾ ਲੱਗ ਪਵੇ